ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਹਦ ਬੰਦੋਂ ਕਰ ਅਨੁਰਾਗ। ਕਾਲ ਸੋ ਹੋਵੈ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਏ। ਆਨ ਨ ਮਾਨੈ ਆਨ ਕੀ ਇਕ ਸੱਚੇ ਬਿਨ ਪਤਸ਼ਾਹੀ। ਏਕ ਹਰੀ ਦਾਸ ਰੂਪ ਗੁਰ ਗ੍ਰੰਥ ਪੰਥ ਕੋ ਬੰਦ। ਗ੍ਰੰਥ ਪੰਥ ਪ੍ਰਕਾਸ਼ ਜਹੈ ਅਬ ਬਰਨੋ ਸੁਖ ਕੰਦ। ਗ੍ਰੰਥ ਪੰਥ ਪ੍ਰਕਾਸ਼ ਜਹੈ ਅਬ ਬਰਨੋ ਸੁਖ ਕੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਬਰ ਤਖਤ ਛਤਰ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਸਤਿਗੁਰੂ ਜੀ ਦੀ ਅਤੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਹੋਈ ਹੈ। ਗੁਰੂ ਮਹਾਰਾਜ ਜੀ ਨੇ ਸਤ ਸੰਗਤ ਦੀਆਂ ਘੜੀਆਂ ਬਖਸ਼ੀਆਂ ਨੇ। ਸ਼ਾਮ ਦੇ ਸਮੇਂ ਨਿਤ ਦੀ ਮਰਿਆਦਾ ਅਨੁਸਾਰ ਜੋ ਗੁਰੂ ਪੰਥ ਖਾਲਸਾ ਇਤਿਹਾਸ ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ ਕਥਾ ਜੋ ਗਿਆਨੀ ਗਿਆਨ ਸਿੰਘ ਜੀ ਨੇ ਮਹਾਨ ਗ੍ਰੰਥ ਲਿਖਿਆ ਹੈ, ਉਹ ਆਪਾਂ ਲੜੀਵਾਰ ਜੋ ਹੈ ਭਾਈ ਸਰਵਣ ਕਰ ਰਹੇ ਹਾਂ। ਕੱਲ ਲੜੀ ਤਹਿਤ ਇਹ ਇਤਿਹਾਸ ਕੇ ਸਤਿਗੁਰਾਂ ਦੇ ਜਿਹੜੇ ਬਾਲ ਕੌਤਕ ਨੇ ਕਿਵੇਂ ਰਾਏ ਬੁਲਾਰ ਵੀ ਮਹਾਰਾਜ ਦੀ ਇਸ ਮਹਿਮਾ ਕੌਤਕਾਂ ਨੂੰ ਵੇਖ ਕੇ ਪ੍ਰਭਾਵਿਤ ਹੋ ਕੇ ਚਰਨੀ ਲੱਗਿਆ। ਖੇਤ ਨੂੰ ਹਰਾ ਭਰਾ ਕਰਨਾ, ਸਰਪ ਨੇ ਛਾਂ ਕਰਨੀ। ਫਿਰ ਮਹਾਰਾਜ ਗੋਪਾਲ ਪੰਧ ਦੇ ਕੋਲ ਪੜ੍ਹਨ ਵਾਸਤੇ ਭੇਜੇ। ਉੱਥੇ ਜਦੋਂ ਗੋਪਾਲ ਪੰਧ ਨੇ ਊੜਾ ਪੜ੍ਹਾਇਆ, ਮਹਾਰਾਜ ਕਹਿਣ ਲੱਗੇ ਇਹਦੇ ਅਰਥ ਵੀ ਦੱਸੋ। ਗੋਪਾਲ ਪੰਧਾ ਕਹਿੰਦਾ ਕਿ ਹੇ ਨਾਨਕ, ਇੱਕ ਅੱਖਰ ਦੇ ਕੋਈ ਅਰਥ ਨਹੀਂ ਹੁੰਦੇ। ਤਾਂ ਸਤਿਗੁਰਾਂ ਨੇ ਫਿਰ ਪੱਟੀ ਬਾਣੀ ਉਚਾਰਨ ਕੀਤੀ ਜਾਂ ਇਹ ਵੀ ਉਪਦੇਸ਼ ਕੇ ਓੰਕਾਰ ਬ੍ਰਹਮਾ ਉਤਪਾਤ ਓੰਕਾਰ ਕੀਆ ਜਨ ਚਿਤ। ਊੜੇ ਤੇ ਮਹਾਰਾਜ ਨੇ ਸ਼ਬਦ ਉਚਾਰੇ ਕਿ ਊੜੇ ਦਾ ਅਰਥ ਓੰਕਾਰ ਹੈ। ਇਸ ਤਰ੍ਹਾਂ ਫਿਰ ਸੁਣ ਪਾਂਦੇ ਤੇ ਸਿੱਖਣ ਅਪਾਰਾ। ਗੋਪਾਲ ਪਾਂਧਾ ਜਿਹੜਾ ਗੁਰੂ ਮਹਾਰਾਜ ਤੋਂ ਬੇਅੰਤ ਸਿੱਖਿਆਵਾਂ ਨੂੰ ਸਿੱਖ ਕਰਕੇ ਸੁਣ ਕਰਕੇ ਗੁਰ ਕੋ ਲਖਿਓ ਰੂਪ ਕਰਤਾਰਾ। ਗੁਰੂ ਮਹਾਰਾਜ ਨੂੰ ਜਾਣ ਲਿਆ ਕਿ ਕਰਤਾਰ ਦਾ ਰੂਪ ਹੈ।
आओ अगे जो कथा आ रही है प्यार सत्कार ना सुनिए जी। सतनाम श्री वाहिगुरु साहिब जी। लै उपदेश कलेश निवारे। ते उस गोपाल पांधे ने सतगुरां तो उपदेश प्राप्त करके अपने अंदर दे कलेशां नूं दूर कीता। भयो बिरकत जो सो जगत किनारे। ਤਾਂ ਭਾਈ ਉਹ ਜਗਤ ਤੋਂ ਤਿਆਗੀ ਹੋ ਗਿਆ, ਭਾਵ ਮਨ ਕਰਕੇ ਵਿਰਕਤ ਹੋ ਗਿਆ। ਸਹਿਜ ਸੁਭਾਏ ਕਥੈ ਗੁਰ ਐਸੇ। ਗੁਰੂ ਮਹਾਰਾਜ ਜੀ ਸਹਿਜ ਸੁਭਾਈ ਐਸੇ ਬਚਨ ਉਪਦੇਸ਼ ਕਰਦੇ। ਭਗਤੀ ਗਿਆਨ ਲਹੈ ਸਭ ਜੈਸੇ। ਤੇ ਜੋ ਭਗਤੀ ਗਿਆਨ ਔਰ ਭਗਤੀ ਸਾਰੇ ਉਸ ਤੋਂ ਪ੍ਰਾਪਤ ਕਰਦੇ ਹਨ। ਹਿੰਦੂ ਹਰ ਅਵਤਾਰ ਪ੍ਰਮਾਨੈ। ਜਿਹੜੇ ਹਿੰਦੂ ਹਨ ਉਹ ਸਤਿਗੁਰਾਂ ਨੂੰ ਅਕਾਲ ਪੁਰਖ ਪ੍ਰਮਾਤਮਾ ਦਾ ਅਵਤਾਰ ਮੰਨਦੇ ਨੇ। ਮੁਸਲਮਾਨ ਵਲੀ ਅਨਮਾਨੈ। ਮੁਸਲਮਾਨ ਕਹਿੰਦੇ ਵਲੀ ਅੱਲਾ ਹੈ, ਅੱਲਾ ਦਾ ਪਿਆਰਾ ਕਰਾਮਾਤੀ ਅਨੁਮਾਨ ਲਾਉਂਦੇ ਹਨ। ਇੱਕ ਦਿਨ ਫਿਰ ਗੁਰ ਬਿਪਨ ਮਝਾਰੇ। ਇੱਕ ਦਿਨ ਗੁਰੂ ਸਾਹਿਬ ਜੀ ਫਿਰ ਜੰਗਲ ਦੇ ਵਿੱਚ ਇੱਕ ਬਨ ਛਾਇਆ ਤਰੇ ਸਕਾਰੇ। ਇਹ ਜੰਗਲ ਵਿੱਚ ਇੱਕ ਦਰਖਤ ਦੀ ਛਾਂ ਹੇਠ ਮਹਾਰਾਜ ਪੌੜੇ ਜਾਏ ਮੌਜ ਮਨ ਆਈ। ਮਹਾਰਾਜ ਦੇ ਮਨ ਵਿੱਚ ਇਹ ਭਾਵਨਾ ਮੌਜ ਆਈ ਤੇ ਸਤਿਗੁਰੂ ਪੈ ਗਏ। ਜਾਮ ਤੀਨ ਦਿਨ ਬਿਤਿਓ ਤਹਾਈ। ਤਾਂ ਪਿਆ ਨੂੰ ਜਾਮ ਤੀਨ, ਜਾਮ ਨਾਮ ਹੈ ਪਹਿਰ ਦਾ। ਦਿਨ ਦੇ 3 ਪਹਿਰ ਬੀਤ ਗਏ। ਛਾਇਆ ਥਿਰੀ ਰਹੀ ਇੱਕ ਥਾਏ। ਬਾਕੀ ਦਰਖਤਾਂ ਦੀ ਛਾਂ ਇਧਰ ਉਧਰ ਹੋ ਗਈ ਹੈ ਸੂਰਜ ਦੇ ਮੁਤਾਬਕ, ਪਰ ਉਸ ਦਰਖਤ ਦੀ ਜਿਹੜੀ ਛਾਂ ਹੈ ਉਸੇ ਜਗ੍ਹਾ ਇੱਕ ਜਗ੍ਹਾ ਟਿਕੀ ਹੋਈ ਹੈ। ਰਾਏ ਆਏ ਪਿਖ ਗੋ ਬਿਸਮਾਏ। ਕੁਦਰਤੀ ਰਾਏ ਬੁਲਾਰ ਆਇਆ ਤੇ ਉਹਨੇ ਵੇਖਿਆ, ਬਹੁਤ ਹੀ ਹੈਰਾਨ ਹੋਇਆ। ਅਜਮ ਤੇ ਅਧਿਕ ਭੇਖ ਸਿਜਦਾ ਕਰ। ਐਸੀ ਮਹਾਨ ਬਹੁਤੀ ਕਰਾਮਾਤ ਸ਼ਕਤੀ ਵੇਖ ਕਰਕੇ ਗੁਰੂ ਨਾਨਕ ਦੇਵ ਜੀ ਨੂੰ ਸਿਜਦਾ ਕਰਦਾ। ਹੋਏ ਮੋਦ ਪਰਮੋਦ ਗਇਓ ਘਰ। ਔਰ ਬਹੁਤ ਹੀ ਖੁਸ਼ੀ ਤੇ ਆਨੰਦ ਸਹਿਤ ਹੋ ਕੇ ਆਪਣੇ ਘਰ ਨੂੰ ਗਿਆ। ਜਬ ਜਹ ਬਾਤ ਅਨੰਤ ਸੁਨ ਪਾਈ। ਜਦੋਂ ਇਹ ਗੱਲ ਹੋਰਾਂ ਲੋਕਾਂ ਨੇ ਵੀ ਸੁਣੀ ਹੈ। ਪੇਖਤ ਪੇਖਨ ਹੇਤ ਆਏ ਜਨ ਧਾਈ। ਲੋਕੀ ਵੇਖਣ ਦੇ ਵਾਸਤੇ ਬਹੁਤ ਲੋਕ ਦੌੜ ਕੇ ਆਏ ਹਨ। ਭੇਖ ਬਸੇਖ ਰਹੇ ਬਿਸਮਾਈ। ਤੇ ਇਹ ਵੇਖ ਵੇਖ ਕੇ ਹੈਰਾਨ ਹੋ ਰਹੇ ਨੇ ਕਿ ਹੈ ਐਸਾ। ਇੰਨਾ ਕੁਝ ਗੁਰੂ ਪਾਤਸ਼ਾਹ ਮਹਾਰਾਜ ਦੀਆਂ ਇਹ ਕੌਤਕਾਂ ਬਾਲ ਉਮਰ ਦੀਆਂ ਹਨ। ਬਹੁਤ ਜ਼ਿਆਦੇ ਭੇਖ ਬਸੇਖ ਰਹੇ ਬਿਸਮਾਈ। ਇਹ ਪੇਖ ਪੇਖ ਕੇ ਹੈਰਾਨ ਹੋ ਰਹੇ ਹਨ। ਇਸ ਭਾਂਤ ਇਸੀ ਤਬ ਬਾਤ ਹਜ਼ਾਰੈ। ਇਸ ਤਰ੍ਹਾਂ ਕਹਿੰਦੇ ਹੋਰ ਅਨੇਕਾਂ ਤਰੀਕਿਆਂ ਤਹਿਤ ਹਜ਼ਾਰਾਂ ਵਾਰੀ ਕਰਾਮਾਤ ਪੁਰ ਲੋਗ ਨਿਹਾਰੈ। ਲੋਕੀ ਭਾਈ ਉਸ ਪੁਰੀ ਅੰਦਰ ਭਾਵ ਤਲਵੰਡੀ ਨਗਰ ਅੰਦਰ ਹੋਰ ਕਰਾਮਾਤਾਂ ਵੇਖਦੇ ਹਨ। ਰੁਜੀ ਅਨਕ ਨਿਤ ਗੁਰ ਢਗਿਆ ਹੀ। ਰੁਜੀ ਕਹਿੰਦੇ ਨੇ ਰੋਗੀ ਨੂੰ। ਬਹੁਤ ਹੀ ਰੋਗੀ ਸਤਿਗੁਰਾਂ ਕੋਲੇ ਹਰ ਰੋਜ਼ ਆਉਂਦੇ ਹਨ। ਲੈ ਪੱਗ ਖਾਕ ਪਾਕ ਹੋਇ ਜਾਹੀ। ਤੇ ਸਤਿਗੁਰਾਂ ਦੀ ਚਰਨ ਧੂੜ ਲੈਂਦੇ ਨੇ, ਪਵਿੱਤਰ ਰੋਗ ਹੋ ਕੇ ਜਾਂਦੇ ਹਨ। ਦੋਹਰਾ ਇੱਕ ਦਿਨ ਜੇਵਰ ਪਹਿਨ ਕੁਛ ਲੈ ਲੋਟਾ ਕਰ ਮਾਹੇ। ਇੱਕ ਦਿਨ ਮਹਾਰਾਜ ਨੇ ਗਹਿਣੇ ਪਾਏ ਹੋਏ ਨੇ, ਕੁਛ ਜੇਵਰ ਸੋਨੇ ਦੇ। ਹੱਥ ਵਿੱਚ ਮਹਾਰਾਜ ਨੇ ਲੋਟਾ ਲਿਆ। ਗਏ ਸੁਚੇਤੇ ਠੱਗ ਮਿਲੇ।
ਲਿਓ ਉਤਾਰ ਤਿਨਾਹੇ। ਮਹਾਰਾਜ ਸੁਚੇਤੇ ਗਏ ਹਨ ਬਾਹਰ ਜੰਗਲ, ਤਾਂ ਠੱਗ ਮਿਲ ਗਏ, ਉਹਨਾਂ ਨੇ ਉਹ ਉਤਾਰ ਲਏ। ਅੰਧ ਭਏ ਸੂਝੈ ਨਹੀਂ, ਪਰੇ ਪਗੇ ਪੌਨੇ ਆਏ। ਤੇ ਜਦੋਂ ਗਹਿਣੇ ਉਤਾਰ ਕੇ ਜਾਣ ਲੱਗੇ, ਉਹ ਠੱਗ ਅੰਨੇ ਹੋ ਗਏ। ਸਮਝ ਗਏ ਕਿ ਕੋਈ ਮਹਾਨ ਪੁਰਸ਼ ਹੈ, ਸਤਿਗੁਰਾਂ ਦੇ ਆ ਕੇ ਚਰਨੀ ਪੈ ਗਏ। ਕਹਿਓ ਗੁਰੂ ਲੇਹ ਜਾਓ ਅਬ, ਫੇਰ ਗਏ ਵਹਿ ਤਾਏ। ਮਹਾਰਾਜ ਨੇ ਬਚਨ ਕਰਤਾ, ਭਾਈ ਤੁਹਾਡੀ ਇਸ ਗੱਲ ਦੀ ਭੁੱਖ ਹੈ, ਇਉਂ ਕਰੋ ਤੁਸੀਂ ਇਹ ਲੈ ਜਾਓ। ਇਉਂ ਲੈ ਕਰਕੇ ਫਿਰ ਉਹ ਦੌੜ ਗਏ ਹਨ। ਕਬੀ ਕਬੀ ਜੰਗਲ ਵਿਖੇ ਜਾਹੇ ਨ ਆਵਹਿ ਫੇਰ। ਮਹਾਰਾਜ ਕਦੇ ਕਦੇ ਜੰਗਲ ਚਲੇ ਜਾਂਦੇ ਬਾਹਰ ਦਰਖਤਾਂ ਵਿੱਚ, ਔਰ ਵਾਪਸ ਮੁੜ ਕੇ ਨਹੀਂ ਆਉਂਦੇ। ਦੂਸਰ ਤੀਸਰ ਦਿਵਸ ਪੁਨ ਲੋਗ ਲਿਆਵਹਿ ਹੇਰ। ਦੂਜੇ ਦਿਨ ਜਾਂ ਤੀਜੇ ਦਿਨ ਵੇਖ ਬੂਖ ਕੇ ਭਾਲ ਕੇ ਲੋਕਾਂ ਨੇ ਸਤਿਗੁਰਾਂ ਨੂੰ ਘਰ ਲੈ ਆਉਂਦੇ ਸਨ। ਆਤਮ ਸੁਖ ਮੈਂ ਮਗਨ ਗੁਰ, ਪਰੇ ਰਹਿ ਘਰ ਮਾਹੇ। ਗੁਰੂ ਮਹਾਰਾਜ ਜੀ ਆਤਮਿਕ ਸੁਖ ਦੇ ਵਿੱਚ, ਆਤਮਿਕ ਆਨੰਦ ਦੇ ਵਿੱਚ ਮਗਨ। ਕਦੇ ਐਸਾ ਅਵਸਥਾ ਹੋ ਜਾਣੀ ਘਰ ਦੇ ਵਿੱਚ ਹੀ ਮਹਾਰਾਜ ਨੇ ਪਏ ਰਹਿਣਾ। ਖਾਨ ਪਾਨ ਕੁਛ ਨਾ ਚਹੈ, ਬੋਲੇ ਕਿਸ ਸੋ ਨਾਹੀ। ਤੇ ਐਸੀ ਅਵਸਥਾ ਬਣਾ ਲੈਣੀ, ਨਾ ਤਾਂ ਕੁਛ ਖਾਣਾ ਪੀਣਾ ਚਾਹਣਾ, ਨਾ ਹੀ ਕਿਸੇ ਨਾਲ ਕੋਈ ਗੱਲਬਾਤ ਕਰਦੇ ਸਨ। ਰੋਗ ਭਇਓ ਕੁਛ ਲਖ ਪਿਤਾ, ਲਿਆਇਓ ਵੈਦ ਬੁਲਾਏ। ਪਿਤਾ ਦੇ ਮਨ ਵਿੱਚ ਆਇਆ ਕਿ ਮੇਰੇ ਪੁੱਤਰ ਨਾਨਕ ਨੂੰ ਕੋਈ ਰੋਗ ਹੈ, ਤੇ ਇੱਕ ਵੈਦ ਨੂੰ ਸੱਦ ਲਿਆਂਦਾ। ਨਾੜੀ ਪੇਖਣ ਲੱਗੋ ਜਬ, ਤਬ ਗੁਰ ਕਹਿਓ ਤਿਨਾਏ। ਜਦੋਂ ਵੈਦ ਆ ਕੇ ਨਬਜ ਵੇਖਣ ਲੱਗਿਆ, ਸਤਿਗੁਰੂ ਪਾਤਸ਼ਾਹ ਉਸ ਵੈਦ ਨੂੰ ਸੰਬੋਧਨ ਹੁੰਦਿਆਂ ਬਚਨ ਕਰਦੇ ਹਨ। ਸ੍ਰੀ ਮੁਖ ਵਾਕ ਇਹ ਗੁਰਬਾਣੀ ਦੀਆਂ ਤੁਕਾਂ ਨਾਲ ਦਿੱਤੀਆਂ ਹਨ। ਵਾਰ ਮਲਾਰ ਸ਼ਲੋਕ ਮਹੱਲਾ ਪਹਿਲਾ। ਮਲਾਰ ਕੀ ਵਾਰ ਦੇ ਵਿੱਚ ਸ਼ਲੋਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ। ਵੈਦ ਬੁਲਾਇਆ ਵੈਦਗੀ, ਪਕੜ ਢੰਡੋਲੇ ਬਾਹਾਂ। ਵੈਦ ਬੁਲਾਇਆ ਵੈਦਗੀ ਕਰਨ ਵਾਸਤੇ, ਤੇ ਉਹ ਬਾਂਹ ਫੜ ਕੇ ਵੇਖਦਾ ਸਰੀਰ ਨੂੰ ਰੋਗ ਕੀ ਹੈ। ਭੋਲਾ ਵੈਦ ਨਾ ਜਾਣਈ, ਕਰਕ ਕਲੇਜੇ ਮਾਹੇ। ਪਰ ਉਸ ਭੋਲੇ ਅਣਜਾਣ ਵੈਦ ਨੂੰ ਪਤਾ ਨਹੀਂ ਕਿ ਗੱਲ ਸਰੀਰਕ ਰੋਗ ਦੀ ਨਹੀਂ ਹੈ, ਇਹ ਤਾਂ ਕਲੇਜੇ ਵਿੱਚ ਇੱਕ ਕਰਕ ਹੈ। ਕਰਕ ਹੀ ਇੱਕ ਚੀਸ ਹੈ, ਇੱਕ ਚੁਭਵੀਂ ਪੀੜ ਹੈ। ਜਾਹੇ ਵੈਦ ਘਰ ਆਪਣੇ, ਮੇਰੀ ਆਹੇ ਨਾ ਲੇਹ। ਇਹ ਕਾਵ ਰੂਪ ਆ ਗਿਆ ਕਿ ਇਹ ਜਿਹੜੀਆਂ ਹੁਣ ਅੱਗੇ ਤੁਕਾਂ ਚਾਰ ਦਿੱਤੀਆਂ ਨਾਲ ਇਹਨੂੰ ਇਤਿਹਾਸ ਰੂਪ ਜਾਣਨਾ। ਇਹ ਗੁਰੂ ਗ੍ਰੰਥ ਸਾਹਿਬ ਚ ਨਹੀਂ, ਪਹਿਲੀਆਂ ਦੋ ਤੁਕਾਂ ਹਨ। ਵੈਦ ਬੁਲਾਇਆ ਵੈਦਗੀ, ਪਕੜ ਢੰਡੋਲੇ ਬਾਹਾਂ। ਭੋਲਾ ਵੈਦ ਨਾ ਜਾਣੀ, ਕਰਕ ਕਲੇਜੇ ਮਾਹੇ। ਅੱਗੇ ਹੈ ਜਾਹੇ ਵੈਦ ਘਰ ਆਪਣੇ, ਮੇਰੀ ਆਹੇ ਨਾ ਲੇਹ। ਇਤਿਹਾਸਕ ਪੰਕਤੀਆਂ ਕਹਿ ਸਕਦੇ ਆ ਕਿ ਵੈਦ ਜਾ ਆਪਣੇ ਘਰ ਚਲਿਆ ਜਾ, ਮੇਰੀ ਇਹ ਤੂੰ ਬਦ ਅਸੀਸ ਨਾ ਲੈ। ਹਮ ਰਤੇ ਸੋ ਆਪਣੇ, ਤੂੰ ਕਿਸ ਦਾਰੂ ਦੇਹ। ਅਸੀਂ ਤਾਂ ਆਪਣੇ ਸ਼ੌ ਵਿੱਚ ਰੰਗੇ ਹੋਏ ਆ, ਰੱਤੇ ਹੋਏ ਆ। ਐ ਵੈਦ ਤੂੰ ਕਾਹਦੀ ਦਵਾਈ ਦੇ ਰਿਹਾ, ਕਿਹਨੂੰ ਦੇ ਰਿਹਾ ਹੈ। ਕਾਇਆ ਰੋਵੈ ਹੰਸ ਪੁਕਾਰੇ, ਦਾਰੂ ਕਰੈ ਨਾ ਕੋਏ। ਇਹ ਕਾਇਆ ਰੋਂਦੀ, ਸਰੀਰ ਰੋਂਦਾ, ਹੰਸ ਜੀਵ ਆਤਮਾ ਪੁਕਾਰ ਕਰਦੀ ਹੈ। ਇਹਦਾ ਕੋਈ ਤੇਰੇ ਕੋਲੇ ਦਵਾਈ ਨਹੀਂ। ਜਿਨ ਕਰਤੇ ਦੁੱਖ ਲਾਇਆ, ਨਾਨਕ ਖੋਵੈ ਸੋਏ। ਜਿਸ ਅਕਾਲ ਪੁਰਖ ਨੇ ਦੁੱਖ ਲਾਇਆ ਹੈ, ਮਹਾਰਾਜ ਕਹਿੰਦੇ ਇਸ ਦੁੱਖ ਦਾ ਇਲਾਜ ਵੀ ਉਹੀ ਕਰੇਗਾ।
दोहरा इसी भांत के शब्द बहु गुरु सुनाए ताहे। इसे तरह ਦੇ ਹੋਰ ਸ਼ਬਦ ਸਤਿਗੁਰੂ ਜੀ ਨੇ ਸੁਣਾਏ ਹਨ। ਜਾਗੇ ਭਾਗ ਤਿਸ ਬੈਦ ਕੇ ਭਇਓ ਸਿੱਖ ਜੁਤ ਚਾਹੇ। ਤੇ ਉਸ ਬੈਦ ਦੇ ਭਾਗ ਜਗ ਪੇ ਸੁਰਤੀ ਜਾਗੀ ਗੁਰੂ ਸਾਹਿਬ ਜੀ ਦਾ ਜੁਤ ਚਾਹੇ ਚਾਹਨਾ ਸਹਿਤ ਉਤਸ਼ਾਹ ਸਹਿਤ ਸਿੱਖ ਬਣ ਗਿਆ। ਗੇਰ ਹੇਰ ਸਭ ਦਵਾ ਵਹਿ ਏਰ ਫੇਰ ਜਗ ਤਿਆਗ। ਸਾਰੀਆਂ ਦਵਾਈਆਂ ਸੁੱਟ ਦਿੱਤੀਆਂ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਔਰ ਜਗਤ ਤੋਂ ਫਿਰ ਭਾਈ ਤਿਆਗ ਹੀ ਕਰ ਦਿੱਤਾ। ਭਇਓ ਬਿਰਕਤ ਸੋ ਮਸਤ ਤਬ ਗਇਓ ਬਿਪਨ ਦਿਸ ਭਾਗ। ਐਸਾ ਮਸਤੀ ਵਿੱਚ ਬ੍ਰਗਤ ਹੋ ਗਿਆ ਕਿ ਵਿਪਲ ਜੰਗਲਾਂ ਵੱਲ ਨੂੰ ਚਲਿਆ ਗਿਆ ਹੈ। ਕਾਬੈ ਛੰਦ, ਇਹ ਕਾਵ ਕਹੀਏ ਕਾਵ ਹੈ ਛੰਦ। ਤੇ ਇਹ ਜਿਹੜਾ ਇਹਦੀਆਂ ਅੱਡੋ ਅੱਡੀ ਮਾਤਰਾ ਹੁੰਦੀਆਂ ਛੰਦਾਂ ਦੀਆਂ, ਇਸ ਕਰਕੇ ਵੱਖ-ਵੱਖ ਨਾਂ ਹੁੰਦੇ ਆ। ਕਾਵ ਛੰਦ ਜਿਹੜਾ ਹੈ ਇਹਦਾ ਲੱਛਣ ਹੈ 4 ਚਰਨ ਨੇ ਇਹਦੇ, ਤੇ ਇੱਕ ਚਰਨ ਦੀਆਂ 24 ਮਾਤਰਾ, 11 ਤੋਂ 13 ਮਾਤਰਾ ਤੇ ਵਿਸ਼ਰਾਮ ਹੈ। ਇਹ ਵੱਖ-ਵੱਖ ਥੋੜਾ ਇਹਦੇ ਵਿੱਚ ਕੁੰਡਲੀ ਆ ਛੰਦ ਹੈ, ਉਹਦੇ ਪਿਛਲੇ 4 ਚਰਨ ਤੇ ਛਪੇ ਦੇ ਪਹਿਲੇ 4 ਚਰਨ ਕਾਵਿ ਛੰਦ ਦਾ ਰੂਪ ਹੈ। ਇਹ ਛੰਦਾਬੰਦੀ ਵਾਲੇ ਹੋਰ ਬਹੁਤਾ ਚੰਗੀ ਤਰ੍ਹਾਂ ਜਾਣਦੇ ਹਨ। ਤੇ ਇਹਦੇ ਵਿੱਚ ਇਸ ਛਾਪੇ ਵਿੱਚ ਇੱਥੋਂ ਕਾਵਿ ਛੰਦ ਸ਼ੁਰੂ ਹੁੰਦਾ। ਇੱਕ ਦਿਨ ਫਿਰ ਇੱਕ ਦਿਨ ਗੁਰ ਤਈ ਕਹਿਓ ਕਾਲੂ ਸੱਸ ਐਸੇ ਕੀਜੋ ਕੇਸ ਕੁਛ ਵਿਵਹਾਰ ਬਾਤ ਨਹਿ ਬਨ ਹੈ ਵੈਸੇ। ਤੇ ਦੂਜਾ ਜਿਹੜਾ ਪਾਸ਼ਾ ਵਿਭਾਗ ਦਾ ਛਾਪਾ ਉਹਦੇ ਵਿੱਚ ਕੁਝ ਤੁਕਾਂ ਪਹਿਲਾਂ ਇਸ ਤੋਂ ਹਨ, ਆਪਾਂ ਉਹ ਨਾਲ ਪੜ੍ਹ ਲੈਂਦੇ ਹਾਂ। ਕਾਵਿ ਛੰਦ ਫਿਰ ਕਾਲੂ ਸੱਸ ਏਕ ਦਿਵਸ ਮੁੱਲਾਂ ਢਿਗ ਜਾਏ। ਤਾਂ ਫਿਰ ਬਾਬਾ ਕਾਲੂ ਚੰਦ ਜੀ ਇੱਕ ਦਿਨ ਮੁੱਲਾਂ ਦੇ ਕੋਲ ਗਏ ਹਨ। ਸ੍ਰੀ ਨਾਨਕ ਜੀ ਪੜਨ ਫਾਰਸੀ ਤਾਹਾਂ ਬਿਠਾਏ। ਗੁਰੂ ਨਾਨਕ ਦੇ ਮਹਾਰਾਜ ਨੂੰ ਮੁੱਲਾਂ ਕੋਲੇ ਫਾਰਸੀ ਪੜਨ ਵਾਸਤੇ ਬਿਠਾਇਆ। ਜੋ ਮੁੱਲਾਂ ਦੇ ਸਭ ਕੋ ਗੁਰੂ ਆਗੇ ਹੀ ਪੜ ਹੈ। ਤੇ ਜਿਹੜਾ ਮੁੱਲਾਂ ਸਬਕ ਦਿੰਦਾ ਗੁਰੂ ਮਹਾਰਾਜ ਉਹ ਪਹਿਲਾਂ ਹੀ ਪੜ ਦਿੰਦੇ ਹਨ। ਕਰ ਕੁਰਾਨ ਕੇ ਅਰਥ ਸੁਨਾਵੇ ਅਦ ਭੂਤ ਪੜ ਹੈ। ਤੇ ਉਹ ਕੁਰਾਨ ਦੇ ਅਰਥ ਕਰ ਕਰਕੇ ਸੁਣਾਉਂਦੇ ਨੇ। ਅਦ ਭੂਤ ਪੜ ਹੈ। ਕਹਿੰਦੇ ਸਾਰਾ ਮਹਾਰਾਜ ਨੇ ਦੇਖੋ ਕੁਰਾਨ ਦੇ ਵਿੱਚੋਂ ਵੀ ਉਹਨੂੰ ਅਰਥ ਕਰਕੇ ਸੁਣਾ ਦਿੱਤੇ। ਬਿਨਾ ਪੜ੍ਹਾਏ ਪੜ ਕਿਤਾਬ ਸਭ ਗੁਰ ਸੁਨੈ ਹੈ। ਬਿਨਾ ਪੜ੍ਹਾਏ ਤੋਂ ਹੀ ਸਤਿਗੁਰੂ ਮਹਾਰਾਜ ਜੀ ਤੋਂ ਮਹਾਰਾਜ ਕਿਤਾਬ ਪੜ੍ਹ ਰਹੇ ਆ ਤੇ ਗੁਰੂ ਸਾਹਿਬ ਤੋਂ ਸੁਣਦਾ। ਮੁੱਲਾਂ ਹੱਕੇ ਬੱਕੇ ਰਹੇ ਲੋਗ ਆਲਮ ਬਿਸਮੈ ਹੈ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜਦੋਂ ਪੜ੍ਹਦੇ ਆ ਤੇ ਲੋਕ ਵੀ ਸੁਣ ਕੇ ਹੱਕੇ ਬੱਕੇ ਰਹਿ ਜਾਂਦੇ ਆ। ਬੜੇ ਬੜੇ ਵਿਦਵਾਨ ਆਲਮ ਵੀ ਹੈਰਾਨ ਹੁੰਦੇ ਨੇ। ਇਸੀ ਤੌਰ ਇੱਕ ਔਰ ਦਿਵਸ ਪੰਡਤ ਸੰਗ ਹੋਈ। ਇਸੇ ਤਰ੍ਹਾਂ ਹੀ ਭਾਈ ਇੱਕ ਹੋਰ ਦਿਨ ਹੋਇਆ ਜਿਹੜੀ ਵਾਰਤਾ ਪੰਡਤ ਨਾਲ ਹੋਈ। ਬਰਕਤ ਸ਼ਕਤੀ ਪੇਖ ਝੁਕੀ ਗੁਰ ਦਿਸ ਸਭ ਲੋਈ। ਗੁਰੂ ਮਹਾਰਾਜ ਦੀ ਬਰਕਤ ਨੂੰ ਵੇਖ ਕੇ ਸਾਰੀ ਲੁਕਾਈ ਸਤਿਗੁਰਾਂ ਅੱਗੇ ਝੁਕ ਗਈ। ਲੱਗੇ ਜਨੇਊ ਦੇਣ ਤਾਂ ਗੁਰ ਬਚਨ ਉਚਾਰੇ। ਜਦੋਂ ਜਨੇਊ ਪਾਉਣ ਲੱਗੇ ਆ ਜੋ ਉੱਥੇ ਸਤਿਗੁਰੂ ਮਹਾਰਾਜ ਨੇ ਬਚਨ ਉਚਾਰੇ ਹਨ। ਝੂਠਾ ਜੰਜੂ ਇਹ ਨਹੀਂ ਹਮ ਕਬਹੀ ਧਾਰੇ। ਝੂਠਾ ਜੰਜੂ ਇਹ ਨਹੀਂ ਹਮ ਕਬਹੀ ਧਾਰੇ। ਇਹ ਜਿਹੜਾ ਜੰਜੂ ਝੂਠਾ ਹੈ ਇਹ ਮੈਂ ਕਦੇ ਨਹੀਂ ਪਾਵਾਂਗਾ। ਦਇਆ ਕਪਾਹ ਸੰਤੋਖ ਸੂਤ ਸਤ ਵਟ ਚੜਾ ਕੇ। ਤੇ ਬਾਣੀ ਵਿੱਚ ਹੈ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਨੇਊ ਜੀ ਕਾ ਹੈ ਤਾ ਪਾਂਡੇ ਘਤ।
ਉਸੇ ਭਾਵ ਨੂੰ ਕਹਿ ਰਹੇ ਨੇ ਕਿ ਦਇਆ ਦੀ ਕਪਾਹ, ਸੰਤੋਖ ਦਾ ਸੂਤ, ਸਤ ਰੂਪੀ ਸੱਚ ਰੂਪੀ ਵਟੇ ਚੜਾ ਕਰਕੇ ਇਹੋ ਜਨੇਊ ਹਈ ਜੀਵ ਕਾ ਚੱਲੋ ਪਾਕੈ। ਇਹ ਜੇ ਜਨੇਊ ਹੈ ਤਾਂ ਇਹ ਜੀਵਨ ਵਿੱਚ ਪਾ ਕੇ ਚੱਲਣਾ ਚਾਹੀਦਾ ਹੈ। ਪੂਰਨ ਬ੍ਰਹਮ ਪਛਾਨ ਬ੍ਰਾਹਮਣ ਹੋਵੋ ਸੱਚੈ। ਤੇ ਪੂਰਨ ਬ੍ਰਹਮ ਨੂੰ ਪਛਾਣ ਕੇ ਸੱਚੇ ਬ੍ਰਾਹਮਣ ਬਣੋ। ਨਿਜ ਅਨਭਵ ਤੈ ਬਿਨਾ ਕਰਮ ਤੁਮਰੇ ਸਭ ਕਾਚੈ। ਜੇ ਭਾਈ ਧਰਮ ਦਾ ਅਨੁਭਵ ਨਹੀਂ ਹੈ ਜੀਵਨ ਵਿੱਚ ਤਾਂ ਜਾਣ ਲੈਣਾ ਅਨੁਭਵ ਤੋਂ ਬਿਨਾ ਬਾਕੀ ਫਿਰ ਕਰਮ ਜਿਹੜੇ ਹੈ ਧਰਮ ਕਰਮ ਕੱਚੇ ਹਨ। ਤਜੋ ਪਖੰਡ ਵਿਕਾਰ ਕਰਮ ਕੂਰੇ ਜਗ ਕੇਰੇ। ਤਾਂ ਇਹ ਪਖੰਡ ਦੇ ਜਿਹੜੇ ਵਿਕਾਰ ਪਖੰਡ ਝੂਠੇ ਕਰਮ ਨੇ ਜਗਤ ਵਿੱਚ ਛੱਡ ਦਿਓ। ਭਗਤ ਪ੍ਰਭੂ ਕੀ ਕਰੋ ਪਹਿਓ ਸੁਖ ਅਚਲ ਉਚੇਰੇ। ਉਸ ਵਾਹਿਗੁਰੂ ਪ੍ਰਮਾਤਮਾ ਦੀ ਭਗਤੀ ਕਰੋ ਤਾਂ ਕਿ ਅਚਲ ਸੁਖ ਉੱਚੀ ਪਦਵੀ ਦੀ ਪ੍ਰਾਪਤੀ ਹੋ ਜਾਵੇਗੀ। ਸਾਚੇ ਸਤ ਗੁਰੂ ਕੇਰ ਬਚਨ ਸੁਨ ਲੱਗੇ ਕਮਾਵਨ। ਤੇ ਇਸ ਤਰ੍ਹਾਂ ਉਹ ਵੀ ਗੁਰੂ ਮਹਾਰਾਜ ਜੀ ਸੱਚੇ ਪਾਤਸ਼ਾਹ ਦੇ ਬਚਨ ਸੁਣ ਕੇ ਕਮਾਉਣ ਲੱਗੇ। ਸੁਧਰੇ ਲੋਕ ਅਪਾਰ ਧਰਮ ਫੈਲਾਇਓ ਜਗ ਪਾਵਨ। ਬੇਅੰਤ ਲੋਕ ਜਿਹੜੇ ਨੇ ਉਹ ਸੁਧਰ ਗਏ, ਭਾਵ ਉਹਨਾਂ ਨੂੰ ਸਮਝ ਆ ਗਈ। ਇਸ ਤਰ੍ਹਾਂ ਧਰਮ ਨੂੰ ਜਗਤ ਦੇ ਵਿੱਚ ਪਵਿੱਤਰ ਧਰਮ ਨੂੰ ਫੈਲਾਇਆ ਹੈ। ਸਾਰੇ ਜਗਤ ਵਿੱਚ ਐਸਾ ਪੁਨਾ ਏਕ ਦਿਨ ਕਹਿਓ ਗੁਰੂ ਪ੍ਰਤ ਕਾਲ ਅਸੇ। ਫਿਰ ਇੱਕ ਦਿਨ ਗੁਰੂ ਮਹਾਰਾਜ ਜੀ ਨੂੰ ਗੁਰੂ ਸਾਹਿਬ ਦੇ ਪਿਤਾ ਨੇ ਕਿਹਾ ਤੇ ਇਸ ਦੇ ਜਿਹੜਾ ਆਪਾਂ ਕਥਾ ਛਾਪੇ ਤੋਂ ਕਰ ਉਹਦੇ ਵਿੱਚ ਪੰਕਤੀਆਂ ਇਹ ਹਨ। ਫਿਰ ਇੱਕ ਦਿਨ ਗੁਰ ਤਈ ਕਹਿਓ ਕਾਲੂ ਸਸ ਐਸੇ। ਫਿਰ ਇੱਕ ਦਿਨ ਗੁਰੂ ਮਹਾਰਾਜ ਤਈ ਗੁਰੂ ਸਾਹਿਬ ਦੇ ਪਿਤਾ ਬਾਬਾ ਕਾਲੂ ਚੰਦ ਕਹਿਣ ਲੱਗੇ ਕਿ ਜੋ ਕੁਛ ਵਿਵਹਾਰ ਬਾਤ ਨਹਿ ਬਨ ਹੈ ਬੈਸੇ। ਹੇ ਪੁੱਤਰ, ਕੋਈ ਨਾ ਕੋਈ ਕਾਰ ਵਿਹਾਰ ਕਰ। ਇਸ ਤਰ੍ਹਾਂ ਬੈਠ ਕੇ ਤੇ ਗੱਲ ਬਣਨੀ ਨਹੀਂ। ਘਰ ਵਿੱਚ ਕਿੰਨਾ ਕੁ ਸਮਾਂ ਬੈਠਾ ਰਹੇਗਾ। ਹੁਣ ਤੂੰ ਉਮਰ ਤੇਰੀ ਵੱਡੀ ਹੁੰਦੀ ਹੈ, ਕੋਈ ਕਾਰ ਵਿਹਾਰ ਕਰ। ਬਾਤ ਨਹਿ ਬਨ ਹੈ ਬੈਸੇ, ਗੱਲ ਬੈਠੇ ਤੋਂ ਬਣਨੀ ਨਹੀਂ। ਲੈ ਹਮ ਤੈ ਜਹ ਬਿਤ ਜਾਏ ਤੁਮ ਸੌਦਾ ਲਿਆਵੋ। ਤੇ ਇਉਂ ਕਰ, ਮੇਰੇ ਕੋਲੋਂ ਆ ਕੁਝ ਬਿੱਤ ਲੈ ਜਾ, ਧਨ ਲੈ ਜਾ, 20 ਰੁਪਏ ਲੈ ਜਾ ਪੁੱਤਰ ਇਹਦਾ ਖਰਾ ਸੌਦਾ ਕਰਕੇ ਲਿਆ। ਇਹ ਇੱਕ ਛਾਪੇ ਵਿੱਚ ਹੈ, ਪੂੰਜੀ ਹਮ ਤੈ ਲਿਹੋ ਜਾਏ ਲਾਹੌਰ ਮਝਾਰੀ। ਸੌਦਾ ਲਿਆਵੋ ਸੋਏ ਨਫਾ ਹੋਏ ਜਿਸ ਤੈ ਭਾਰੀ। ਜਿਹਦੇ ਨਾਲ ਵੱਡਾ ਸੌਦਾ ਹੋਵੇ, ਨਫਾ ਹੋਏ ਜਿਸ ਮਾਹੇ, ਅਦਕ ਪੁਨ ਸੁਖ ਭੀ ਪਾਵੋ। ਜਿਹਦੇ ਨਾਲ ਪੁੱਤਰ ਬਹੁਤਾ ਨਫਾ ਹੋਵੇ ਤੇ ਤੈਨੂੰ ਸੁੱਖ ਵੀ ਬਹੁਤੇ ਮਿਲਣ, ਐਸਾ ਕੋਈ ਵਪਾਰ ਸੌਦਾ ਕਰ। ਮਾਨ ਪਿਤਾ ਕਾ ਬਚਨ ਚੱਲੇ ਗੁਰ ਸੌਦਾ ਕਰਨੇ। ਪਿਤਾ ਦਾ ਬਚਨ ਮੰਨ ਕਰਕੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਸੌਦਾ ਕਰਨ ਵਾਸਤੇ ਚੱਲੇ ਹਨ। ਬਾਲਾ ਨਾਮ ਇੱਕ ਲਿਓ ਭ੍ਰਿਤ ਨਿਜ ਸੰਗ ਸਵਰਨੇ। ਇੱਕ ਭਾਈ ਬਾਲਾ ਨਾਮ ਦਾ ਜਿਹੜਾ ਗੁਰਮੁਖ ਸੀ ਉਹਨੂੰ ਨਾਲ ਲੈ ਲਿਆ। ਭ੍ਰਿਤ ਨਿਜ ਸੰਗ ਸਵਰਨੇ। ਭ੍ਰਿਤ ਕੀਏ ਦਾਸ, ਜੋ ਕਿ ਭਾਈ ਸਵਰਨੇ ਕੀ ਚੰਗਾ ਆਗਿਆਕਾਰੀ। ਵਰਨ ਕਹਿੰਦੇ ਨੇ ਆਗਿਆ ਕਰਨ ਨੂੰ। ਉਹ ਨਾਲ ਹੈ ਜਿਹੜਾ ਚੰਗਾ ਆਗਿਆਕਾਰੀ ਹੈ। ਇਹਨੂੰ ਉਹ ਵੀ ਲਿਖਿਆ ਹੈ, ਬਾਲਾ ਸੰਧੂ ਜਾਟ ਹੋਤੋ ਕਾਮਾ ਘਰ ਵਾਰੋ, ਤਿਸ ਕੋ ਲੈ ਨਿਜ ਸੰਗ ਚੱਲੇ ਗੁਰ ਹਵੈ ਅਸਵਾਰੋ। ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਲਾ ਨਾਮ ਇੱਕ ਲਿਓ ਪ੍ਰਿਤ ਨਿਜ ਸੰਗ ਸਵਰਨੇ। ਲੀਨੋ ਧਨ ਬਹੁ ਸੰਗ ਤਰਫ ਲਾਹੌਰ ਪਧਾਰੇ।
ਧਨ ਲੈ ਲਿਆ ਨਾਲ 20 ਰੁਪਏ ਨੇ। ਇਤਿਹਾਸ ਦੱਸਦਾ ਹੈ ਕਿ ਲਾਹੌਰ ਵੱਲ ਨੂੰ ਚੱਲ ਪਏ। ਭੂਖੇ ਸਾਧੂ ਪਰੇ ਭੇਖ ਇੱਕ ਗਾਉਂ ਕਿਨਾਰੇ। ਤਾਂ ਇੱਕ ਗਾਉਂ ਇੱਕ ਨਗਰ ਦੇ ਬਾਰ-ਬਾਰ ਭੁੱਖੇ ਸਾਧੂਆਂ ਨੂੰ ਵੇਖਿਆ। ਤਹਿ ਬਲ ਤਬ ਬਾਲੇ ਕੋ ਕਹਿਓ ਗੁਰੂ ਜਹ ਸੌਦਾ ਕਈਏ। ਤਾਂ ਭਾਈ ਬਾਲਾ ਜੀ ਨੂੰ ਕਹਿਣ ਲੱਗੇ ਕਿ ਹੇ ਬਾਲਿਆ, ਆਪਾਂ ਆਹ ਸੌਦਾ ਕਰੀਏ। ਇਨ ਸੰਤਨ ਕੋ ਇਹ ਬਿੱਤ ਸਭ ਹੀ ਖੁਲਵਈਏ। ਆ ਜਿਹੜਾ ਧਨ ਹੈ ਨਾ, ਇਹਦਾ ਕੋਈ ਰਾਸ਼ਨ ਵਗੈਰਾ ਅੰਨ ਪਾਣੀ ਲਿਆ ਕੇ ਨਾ ਸਾਧੂਆਂ ਨੂੰ ਛਕਾ ਦਈਏ। ਇਸ ਸਮ ਸੌਦਾ ਨਫੇ ਵਾਰ ਨਹਿ ਔਰ ਹਈਓ। ਪਿਤਾ ਨੇ ਕਿਹਾ ਸੀ ਨਾ ਕਿ ਇਹਦੇ ਤੋਂ ਨਫੇ ਵਾਲਾ ਹੋਰ ਕੋਈ ਸੌਦਾ ਨਹੀਂ ਹੈ, ਭਾਵ ਨਫੇ ਵਾਲਾ ਸੌਦਾ ਕਰਨਾ ਹੈ। ਮਹਾਰਾਜ ਕਹਿੰਦੇ ਬਾਲਿਆ, ਇਸ ਤੋਂ ਨਫੇ ਵਾਲਾ ਤੇ ਹੋਰ ਕੋਈ ਸੌਦਾ ਨਹੀਂ। ਪਿਤਾ ਹਮਾਰੇ ਕਹਿਓ ਨਫੇ ਕਾ ਸੌਦਾ ਕਈਓ। ਸਾਡੇ ਪਿਤਾ ਨੇ ਕਿਹਾ ਸੀ ਨਫੇ ਦਾ ਸੌਦਾ ਕਰਨਾ ਹੈ। ਉਨ ਸੰਤਨ ਮੈਂ ਹੁਤੋ ਏਕ ਮਹੰਤ ਮਹਾਨੀ। ਤੇ ਉਹਨਾਂ ਸੰਤਾਂ ਦੇ ਵਿੱਚ ਉਹਨਾਂ ਦਾ ਇੱਕ ਬਹੁਤ ਮਹਾਨ ਸੰਤ ਹੈ। ਮਹੰਤ ਕਹਿੰਦੇ ਹਨ ਜਿਸ ਨੂੰ। ਸੰਤ ਰੇਣ ਤੇ ਨਾਮ ਬ੍ਰਿਧ ਸਭ ਸਦ ਗੁਣ ਖਾਨੀ। ਤੇ ਉਹ ਜਿਹੜਾ ਮਹੰਤ ਸੀ ਨਾ, ਉਹਦਾ ਨਾਮ ਸੀ ਸੰਤ ਰੇਣ। ਉਹ ਬਹੁਤ ਹੀ ਬਜ਼ੁਰਗ ਹੈ ਤੇ ਸਾਰੇ ਗੁਣਾਂ ਦੀ ਖਾਣ ਹੈ। ਤਿਸ ਆਗੇ ਵਹਿ ਸਭੀ ਬਿਤ ਗੁਰ ਨਾਨਕ ਧਰਿਓ। ਗੁਰੂ ਮਹਾਰਾਜ ਨੇ ਕੁਝ ਇਤਿਹਾਸਕਾਰ ਲਿਖਦੇ ਨੇ ਕਿ ਰਾਸ਼ਨ ਲਿਆ, ਤਾਂ ਕੋਈ ਲਿਖਦੇ 20 ਰੁਪਏ ਰੱਖਤੇ। ਉਹ ਸਾਰਾ ਕੁਝ ਲਿਆ ਕੇ ਉਸ ਮਹੰਤ ਅੱਗੇ ਗੁਰੂ ਨਾਨਕ ਦੇ ਪਾਤਸ਼ਾਹ ਨੇ ਧਰ ਦਿੱਤਾ। ਲਿਓ ਫਕੀਰਨ ਖਾਏ ਪੱਕ ਭੋਜਨ ਬਹੁ ਕਰਿਓ। ਤੇ ਜਿਹੜੇ ਉਹ ਫਕੀਰ ਸਾਧੂ ਸੀ, ਉਹਨਾਂ ਨੇ ਗੁਰਮੁਖੋ ਸਾਰਾ ਅੰਨ ਪਾਣੀ ਛਕ ਲਿਆ, ਬੜਾ ਭੋਜਨ ਪਦਾਰਥ ਛਕੇ ਹਨ। ਹੋਏ ਪ੍ਰਮੋਦ ਪ੍ਰਮੋਦ ਗੁਰੂ ਘਰ ਕੋ ਫਿਰ ਆਏ। ਤੇ ਸਤਿਗੁਰੂ ਮਹਾਰਾਜ ਜੀ ਬਹੁਤ ਖੁਸ਼ ਆਨੰਦ ਦੇ ਵਿੱਚ ਵਾਪਸ ਘਰ ਨੂੰ ਆ ਗਏ। ਜਹ ਸੁਨ ਕਾਲੂ ਚੰਦ ਅਦਕ ਮਨ ਮੈਂ ਖੁਨ ਸਾਏ। ਇਹ ਸੁਣ ਕੇ ਬਾਬਾ ਕਾਲੂ ਚੰਦ ਜੀ ਬਹੁਤ ਹੀ ਜ਼ਿਆਦੇ ਮਨ ਵਿੱਚ ਗੁੱਸੇ ਹੋਏ। ਤਬ ਗੁਰ ਨਾਨਕ ਕਹਿਓ ਐਸ ਕਾਲੂ ਸਸ ਤਾਈ। ਤਾਂ ਗੁਰੂ ਨਾਨਕ ਦੇਵ ਮਹਾਰਾਜ ਨੂੰ ਐਸ ਕਾਲੂ ਸਸ ਤਾਈ, ਆਪਣੇ ਪਿਤਾ ਕਾਲੂ ਚੰਦ ਤਾਈ ਸਤਿਗੁਰਾਂ ਕਿਹਾ, ਵੇਖੋ ਆਂਖ ਮਿਲਾਏ ਤਾਤ ਧਨ ਲਿਓ ਮਨ ਭਾਈ। ਕਿ ਹੇ ਪਿਤਾ, ਤੂੰ ਨਿਗਾਹ ਮਾਰ ਕੇ ਵੇਖ, ਤਾਤ ਨਾਮ ਪਿਤਾ ਦਾ, ਧਨ ਲਿਓ ਮਨ ਭਾਈ। ਇਹ ਤੇ ਇੰਨਾ ਚੰਗਾ ਸੌਦਾ ਹੈ ਕਿ ਅਕਾਲ ਪੁਰਖ ਪ੍ਰਮਾਤਮਾ ਤੋਂ ਇਹਦੇ ਬਦਲੇ ਜਿੰਨਾ ਮਰਜੀ ਧਨ ਲੈ ਲਾ। ਜਾਂ ਇਸ ਗੱਲ ਤੇ ਹੈ ਕਿ ਦੌਲਤ ਸਰਬ ਸ਼ਿਕਾਏ ਲੌਟ ਘਰ ਮੈਂ ਜਬ ਆਏ। ਸੁਨ ਕਾਲੂ ਸਸ ਰਿਸਿਓ ਬਚਨ ਗੁਰ ਐਸ ਸੁਨਾਏ। ਮਾਇਆ ਹਰ ਕੀ ਇਹੋ ਲਿਹੋ ਜੇ ਤਕ ਮਨ ਚਹਿ। ਇਮ ਕਹਿ ਗੁਰ ਸਭ ਧਰਾ ਦਈ ਸੋਇਨਾ ਦਿਖ ਰਹਿ। ਤੇ ਗੁਰੂ ਮਹਾਰਾਜ ਨੂੰ ਕਹਿਣ ਲੱਗਿਆ, ਪਿਤਾ ਤੂੰ ਧਨ ਖਰਾਬ ਕਰਿਆ ਆਂਦਾ। ਸਤਿਗੁਰੂ ਮਹਾਰਾਜ ਕਹਿੰਦੇ, ਹੇ ਪਿਤਾ, ਤੈਨੂੰ ਜਿੰਨਾ ਧਨ ਚਾਹੀਦਾ ਮਨ ਭਾਉਂਦਾ ਲੈ ਲੈ। ਪੁਨ ਕਾਲੂ ਸਸ ਨੈਣ ਮੂੰਦ ਕਰ ਪੇਖਿਓ ਜਬ ਹੀ। ਜਦੋਂ ਇਸ ਗੱਲ ਨੂੰ ਮਹਾਰਾਜ ਕਹਿੰਦੇ, ਪਿਤਾ ਅੱਖਾਂ ਬੰਦ ਕਰਕੇ ਵੇਖ। ਕਾਲੂ ਚੰਦ ਜੀ ਨੇ ਆਪਣੇ ਨੇਤਰ ਬੰਦ ਕੀਤੇ, ਕੀ ਵੇਖਦੇ ਹਨ? ਜਿਤਕ ਧਰਨ ਅਰ ਸਦਨ ਪਿਖੇ ਹਾਟ ਕਾ ਕੇ ਸਭ ਹੀ। ਜਿੰਨੀ ਧਰਤੀ ਹੈ ਤੇ ਜਿੰਨਾ ਸਾਰਾ ਘਰ ਹੈ, ਉਹ ਹਾਟਕ ਨਾਮ ਹੈ ਸੋਨੇ ਦਾ। ਸਾਰਾ ਕੁਝ ਸੋਨੇ ਦਾ ਹੀ ਦਿਖਾਈ ਦਿੱਤਾ। ਜਿਉ ਜਸੁਦਾ ਕੋ ਕ੍ਰਿਸ਼ਨ ਦੇਵ ਸਭ ਬਿਸਵ ਦਿਖਾਈ। ਜਿਵੇਂ ਜਸੁਦਾ ਕ੍ਰਿਸ਼ਨ ਭਗਵਾਨ ਦੀ ਮਾਤਾ ਨੂੰ ਕ੍ਰਿਸ਼ਨ ਜੀ ਨੇ ਸਾਰੀ ਸ੍ਰਿਸ਼ਟੀ ਦਿਖਾ ਦਿੱਤੀ ਸੀ,
ਤਿਉ ਨਾਨਕ ਨਿਜ ਪਿਤਾ ਤਈ ਧਰ ਹੇਮ ਲਖਾਈ। ਹੇਮ ਵੀ ਸੋਨੇ ਨੂੰ ਕਹਿੰਦੇ ਆ। ਉਸੇ ਤਰ੍ਹਾਂ ਹੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਪਣੇ ਪਿਤਾ ਤਾਈ ਸਾਰੀ ਧਰਤੀ ਹੋਈ ਸੋਨੇ ਦੀ ਦਿਖਾ ਦਿੱਤੀ। ਪੁਨ ਇੱਕ ਦਿਨ ਗੁਰ ਰਹੇ ਸੋਏ ਨਿਜ ਸਦਨ ਮਝਾਰੀ। ਫਿਰ ਇੱਕ ਦਿਨ ਗੁਰੂ ਮਹਾਰਾਜ ਆਪਣੇ ਘਰ ਵਿੱਚ ਲੇਟੇ ਹੋਏ ਸੁੱਤੇ ਹੋਏ ਸਨ। ਤੁਲਸਾ ਨਾਮ ਇੱਕ ਹੁਤੀ ਟਹਿਲਣੀ ਗੁਰ ਕੀ ਚਾਰੀ। ਤੁਲਸਾ ਨਾਮ ਦੀ ਇੱਕ ਟਹਿਲਣੀ ਸੇਵਾਦਾਰਨੀ ਗੁਰੂ ਘਰ ਦੇ ਵਿੱਚ ਦਾਸੀ ਸੀ। ਗੁਰ ਜਨਨੀ ਨੈ ਪਠੀ ਜਗਾਵਨ ਹਿਤ ਸੋ ਜਬਹੀ। ਗੁਰ ਜਨਨੀ ਗੁਰੂ ਸਾਹਿਬ ਦੀ ਮਾਤਾ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਨੇ ਕਿਹਾ, ਤੁਲਸਾ ਜਾ ਪੁੱਤਰ ਨਾਨਕ ਨੂੰ ਜਗਾ ਕੇ ਲਿਆ, ਪ੍ਰਸ਼ਾਦਾ ਛਕ ਲੈ। ਉਹ ਜਦੋਂ ਜਗਾਉਣ ਵਾਸਤੇ ਭੇਜੀ, ਬਦਨ ਮਦਨ ਮਦ ਕਦਨ ਪਿਖਿਓ ਧਨ ਜਾ ਜਬ ਸਭ ਹੀ। ਬਦਨ ਮਦਨ ਮੁਖ ਜਿਹੜਾ ਗੁਰੂ ਸਾਹਿਬ ਦਾ ਸੁੰਦਰ ਮੁਖ, ਮਦਨ ਮਦ ਕਦਨ ਕਾਮ ਦੇ ਹੰਕਾਰ ਨੂੰ ਵੀ ਕੱਟਣ ਵਾਲਾ ਸਤਿਗੁਰਾਂ ਦਾ ਸੋਹਣਾ ਮੁਖ। ਜਦੋਂ ਉਸ ਨੇ ਜਾ ਕੇ ਵੇਖਿਆ, ਦਰਸ਼ਨ ਕੀਤੇ, ਏਕ ਚਰਨ ਮੈਂ ਕੀਚ ਲੱਗਿਓ ਪੁਨ ਤਾਹੇ ਨਿਹਾਰਾ। ਤਾਂ ਕੀ ਹੋਇਆ ਕਿ ਇੱਕ ਚਰਨ ਦੇ ਉੱਤੇ ਮਹਾਰਾਜ ਦੇ ਇੰਨੀ ਬਿਰਤੀ ਪਵਿੱਤਰ ਹੋ ਗਈ, ਥੋੜਾ ਜਿਹਾ ਮਿੱਟੀ ਲੱਗੀ ਹੋਈ ਸੀ। ਮਹਾਰਾਜ ਆਏ ਸਨ ਤੇ ਉਸੇ ਤਰ੍ਹਾਂ ਪੈ ਗਏ ਸੀ। ਨਿਜ ਰਸਨਾ ਕੇ ਸੰਗ ਪ੍ਰੇਮ ਧਰ ਭਲੇ ਉਤਾਰਾ। ਤਾਂ ਭਾਵਨਾ ਜਾਗੀ ਆਪਣੀ ਰਸਨਾ ਦੇ ਨਾਲ। ਉਹ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਤੋਂ ਉਸ ਧੂੜ ਨੂੰ ਲਾਇਆ, ਭਾਵ ਉਹ ਰਸਨਾ ਨੂੰ ਧੂੜ ਲੱਗ ਗਈ। ਦਿਵ ਦ੍ਰਿਸ਼ਟ ਤੇਹ ਭਈ ਪਿਖਿਓ ਤਿਨ ਅਜਬ ਤਮਾਸ਼ਾ। ਤੇ ਉਸੇ ਸਮੇਂ ਤੁਲਸਾ ਦੀ ਦਿਵ ਦ੍ਰਿਸ਼ਟੀ ਖੁੱਲ ਗਈ। ਤਾਂ ਅਜਬ ਤਮਾਸ਼ਾ ਕੀ ਵੇਖਦੀ ਕੌਤਕ। 14 ਲੋਕਨ ਕੇਰ ਹਾਲ ਸਭ ਤਾਹੇ ਪ੍ਰਕਾਸ਼ਾ। 14 ਲੋਕਾਂ ਦੇ ਵਿੱਚ ਵੇਖਦੀ ਹੈ ਕਿ ਸਭ ਗੁਰੂ ਨਾਨਕ ਦੇ ਮਹਾਰਾਜ ਜੀ ਸਭ ਜਗ੍ਹਾ ਪ੍ਰਕਾਸ਼ ਦੇ ਨੇ। ਬੂਢਤ ਏਕ ਜਹਾਜ ਸਿੰਧ ਤੇ ਗੁਰੂ ਨਿਕਾਸਿਓ। ਬੂਢਤ ਏਕ ਜਹਾਜ, ਇੱਕ ਡੁੱਬਦੇ ਹੋਏ ਜਹਾਜ਼ ਨੂੰ ਇੱਕ ਸਮੁੰਦਰ ਦੇ ਵਿੱਚੋਂ ਗੁਰੂ ਮਹਾਰਾਜ ਜੀ ਕੱਢ ਰਹੇ ਆ। ਇਹ ਵੈਸੇ ਜਿਹੜੀ ਸਾਖੀ ਹੈ ਗੁਰਮੁਖੋ, ਇਹ ਸੁਲਤਾਨਪੁਰ ਲੋਧੀ ਤੋਂ ਬਾਅਦ ਦੀ ਹੈ, ਜਦੋਂ ਮਹਾਰਾਜ ਆਏ ਸਨ ਦੁਆਰੇ ਘਰ ਦੇ ਵਿੱਚ। ਕਿਉਂਕਿ ਭਾਈ ਮਨਸੁਖ ਜਦੋਂ ਸੰਗਲਾ ਦੀਪ ਨੂੰ ਗਿਆ ਤੇ ਉਹਦਾ ਜਿਹੜਾ ਬੇੜਾ ਡੋਲਣ ਲੱਗਿਆ ਸੀ, ਤੇ ਉਸ ਸਮੇਂ ਇਹ ਗੁਰੂ ਮਹਾਰਾਜ ਨੇ ਉਹਦੇ ਬੇੜੇ ਨੂੰ ਬੰਨੇ ਲਾਇਆ ਸੀ। ਇਹ ਸਾਖੀ ਹੈ। ਉਦੋਂ ਇੱਥੇ ਨਾਲ ਬਾਲ ਕੌਤਕਾਂ ਹੀ ਦੇ ਦਿੱਤੀ ਹੈ। ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਔਰ ਸ੍ਰੀ ਨਾਨਕ ਪ੍ਰਕਾਸ਼, ਜਿਹਨੂੰ ਸੂਰਜ ਪ੍ਰਕਾਸ਼ ਕਿਹਾ, ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ ਇਹ ਗੱਲ ਆਪਾਂ ਨੂੰ ਚੰਗੀ ਤਰ੍ਹਾਂ ਸਾਰੀ ਸਾਹਮਣੇ ਆ ਗਈ ਸੀ। ਜਦੋਂ ਮਹਾਰਾਜ ਦੁਆਰੇ ਗਏ ਨੇ ਉਸ ਸਮੇਂ ਦੀ ਹੈ। ਤਾਂ ਦੇਖਿਆ ਹੈ ਕਿ ਬੂਢਤ ਏਕ ਜਹਾਜ਼ ਸਿੰਧ ਤੇ ਗੁਰੂ ਨਿਕਾਸਿਓ। ਇੱਕ ਡੁੱਬਦੇ ਹੋਏ ਜਹਾਜ਼ ਨੂੰ ਸਤਿਗੁਰੂ ਜੀ ਸਮੁੰਦਰ ਵਿੱਚੋਂ ਕੱਢ ਰਹੇ ਹਨ। ਗੁਰ ਜਨਨੀ ਢਹਿ ਆਏ ਵਹੀ ਦਾਸੀ ਨੈ ਭਾਸਿਓ। ਗੁਰੂ ਮਹਾਰਾਜ ਦੀ ਮਾਤਾ ਕੋਲ ਆ ਕੇ ਤੁਲਸਾ ਦਾਸੀ ਨੇ ਉਸੇ ਤਰ੍ਹਾਂ ਹੀ ਕਹਿ ਦਿੱਤਾ, ਜਗੇ ਫੇਰ ਜਬ ਗੁਰੂ ਕਹਿਓ ਜਨਨੀ ਨੈ ਐਸੇ। ਜਦੋਂ ਆ ਕੇ ਕਿਹਾ, ਮਾਤਾ ਉਹ ਤਾਂ ਕਿਸੇ ਦਾ ਡੁੱਬਦਾ ਹੋਇਆ ਜਹਾਜ਼ ਬੰਨੇ ਲਾ ਰਹੇ ਆ। ਹੁਣ ਉਹ ਬੋਲਦੀ ਸੀ ਉਸ ਦਿਵ ਦ੍ਰਿਸ਼ਟੀ ਨੂੰ ਵੇਖ ਕੇ। ਮਾਂ ਨੇ ਕਿਹਾ ਕਿ ਤਾਂ ਘਰ ਦੀ ਦਾਸੀ ਵੀ ਮਖੌਲ ਕਰਦੀ ਹੈ, ਕੁਛ ਕਰਦੇ ਨਹੀਂ, ਪਏ ਰਹਿੰਦੇ ਨੇ। ਜਗੇ ਫੇਰ ਜਬ ਗੁਰੂ ਕਹਿਓ ਜਨਨੀ ਨੈ ਐਸੇ। ਤਾਂ ਉਸ ਸਮੇਂ ਜਦੋਂ ਫੇਰ ਆ ਕੇ ਮਾਤਾ ਨੇ ਜਗਾਇਆ ਤੇ ਮਾਤਾ ਤ੍ਰਿਪਤਾ ਇਸ ਤਰ੍ਹਾਂ ਕਹਿਣ ਲੱਗੀ, ਤੁਮ ਜਹਾਜ਼ ਕਿਸ ਕੇਰ ਗਏ ਥੇ ਕਾਢਣ ਕੈਸੇ। ਪੁੱਤਰ ਤੂੰ ਕਿਹੜਾ ਜਹਾਜ਼ ਸੀ ਜਿਹੜਾ ਕਿਸ ਤਰ੍ਹਾਂ ਤੂੰ ਕੱਢਣ ਗਿਆ ਸੀ।
ਜੋ ਸੁਨ ਪੁਨ ਗੁਰ ਕਹਿਓ ਮਾਤ ਤੋਹਿ ਕੌਣ ਬਤਾਇਓ। ਮਹਾਰਾਜ ਕਹਿਣ ਲੱਗੇ ਮਾਤਾ, ਇਹ ਸੁਣ ਕੇ ਮਹਾਰਾਜ ਨੇ ਇਸ ਤਰ੍ਹਾਂ ਕਿਹਾ, ਮਾਤਾ ਤੈਨੂੰ ਕਿਹਨੇ ਦੱਸਿਆ ਹੈ। ਜਬ ਜਨਨੀ ਨੇ ਕਹਿਓ ਮੋਹਿ ਢਿਗ ਦਾਸੀ ਗਾਇਓ। ਤਾਂ ਫਿਰ ਮਾਤਾ ਨੇ ਜਦੋਂ ਦੱਸਿਆ ਕਿ ਮੈਨੂੰ ਤਾਂ ਤੁਲਸਾ ਦਾਸੀ ਨੇ ਕਿਹਾ ਹੈ, ਤਬ ਗੁਰਦਾਸੀ ਔਰ ਆਪਣੀ ਨਜ਼ਰ ਪਸਾਰੀ। ਤਾਂ ਤੁਲਸਾ ਦਾਸੀ ਵੱਲ ਨੂੰ ਸਤਿਗੁਰਾਂ ਨੇ ਆਪਣੀ ਨਜ਼ਰ ਫੇਰ ਦਿੱਤੀ। ਲਈ ਸ਼ਕਤ ਸਭ ਛੀਨ ਕਰੀ ਬਿਨ ਸ਼ਕਤ ਵਿਚਾਰੀ। ਸਾਰੀ ਸ਼ਕਤੀ ਖਿੱਚ ਲਈ, ਉਹ ਵਿਚਾਰੀ ਸ਼ਕਤੀ ਤੋਂ ਖਾਲੀ ਕਰ ਦਿੱਤੀ। ਇਤਿਆਦਿਕ ਬਹੁ ਕਰਾਮਾਤ ਗੁਰ ਕੀ ਜਗ ਹੇਰੀ। ਇਸ ਤਰ੍ਹਾਂ ਗਿਆਨੀ ਗਿਆਨ ਸਿੰਘ ਜੀ ਕਹਿੰਦੇ, ਗੁਰਮੁਖੋ ਬੇਅੰਤ ਲੋਕਾਂ ਨੇ ਸਤਿਗੁਰਾਂ ਦੀਆਂ ਕਰਾਮਾਤਾਂ ਨੂੰ ਜਗਤ ਨੇ ਵੇਖਿਆ। ਜੇ ਸਭ ਕਹੋ ਗ੍ਰੰਥ ਬੜ੍ਹੈ ਕਹਿ ਸਕੋ ਨ ਫੇਰੀ। ਜੇ ਹੁਣ ਸਾਰੀਆਂ ਕਹਿਣ ਲੱਗ ਗਿਆ ਤੇ ਗ੍ਰੰਥ ਬਹੁਤਾ ਵੱਧ ਜਾਵੇਗਾ। ਫੇਰ ਵੀ ਕਹਿੰਦੇ ਮੇਰੇ ਤੋਂ ਪੂਰੀਆਂ ਕਹਿ ਨਹੀਂ ਹੋਣੀਆਂ ਹਨ। ਪੁੰਨ ਵੱਡ ਭਗਨੀ ਹੁਤੀ ਗੁਰੂ ਕੀ ਸਦਗੁਣ ਸਾਗਰ। ਹੁਣ ਦੱਸਦੇ ਨੇ ਕਿ ਗੁਰੂ ਮਹਾਰਾਜ ਦੀ ਭਗਨੀ ਨਾਮ ਹੈ ਭੈਣ ਦਾ, ਵੱਡੀ ਭੈਣ ਸੀ ਸਤਿਗੁਰਾਂ ਦੀ, ਜੋ ਕਿ ਬਹੁਤ ਹੀ ਸਦਗੁਣ ਸਾਗਰ, ਚੰਗੇ ਗੁਣਾਂ ਦਾ ਸਮੁੰਦਰ ਰੂਪ ਸੀ। ਨਾਮ ਨਾਨਕੀ ਤਾਹੇ ਸਰਬ ਬਿਦ ਸੁੰਦਰ ਨਾਗਰ। ਜਿਹਦਾ ਨਾਮ ਸੀ ਨਾਨਕੀ, ਜਿਹੜੀ ਸਰਬ ਤਰ੍ਹਾਂ ਕਰਕੇ ਬਹੁਤ ਹੀ ਸਿਆਣੀ ਤੇ ਸੁੰਦਰ ਸੀ। ਤਾਂ ਕਿ ਸ਼ਾਦੀ ਭਈ ਦੇਸ਼ ਦੁਆਬੇ ਮੈਂ ਜਾਨੋ। ਤੇ ਉਸ ਬੇਬੇ ਨਾਨਕੀ ਦੀ ਸ਼ਾਦੀ ਦੁਆਬੇ ਦੇਸ਼ ਦੇ ਵਿੱਚ ਹੋਈ ਜਾਣੋ। ਬੇਈ ਨਾਮ ਸੋ ਨਦੀ ਤੀਰ ਮਧਪੁਰ ਸੁਲਤਾਨੋ। ਜੋ ਕਿ ਬੇਈ ਨਦੀ ਦੇ ਕਿਨਾਰੇ ਮਧਪੁਰ ਸੁਲਤਾਨੋ, ਜੋ ਸੁਲਤਾਨਪੁਰ ਨਗਰ ਹੈ। ਲੋਧੀ ਦੌਲਤ ਖਾਨ ਤਹਾਂ ਸੂਬਾ ਤਬ ਰਹੀ। ਤੇ ਲੋਧੀ ਦੌਲਤ ਖਾਂ ਸੂਬਾ ਸੀ, ਉਹਦੀ ਇੱਕ ਤਰ੍ਹਾਂ ਨਾਲੇ ਰਾਜਧਾਨੀ ਸੀ ਸੁਲਤਾਨਪੁਰ ਲੋਧੀ, ਉਹ ਇੱਥੇ ਰਹਿੰਦਾ ਸੀ। ਤਾਂ ਕਾ ਹੁਤੋ ਦੀਵਾਨ ਨਾਮ ਜੈ ਰਾਮ ਸੋ ਕਹਿਹੀ। ਉਸ ਦਾ ਜਾਣੋ ਕਿ ਇੱਕ ਦੀਵਾਨ ਸੀ, ਜਿਹਦਾ ਨਾਮ ਭਾਈ ਜੈ ਰਾਮ ਕਿਹਾ ਜਾਂਦਾ ਹੈ। ਤਿਸ ਸੋ ਸ਼ਾਦੀ ਭਈ ਨਾਨਕੀ ਕੀ ਜਬ ਨੀਕੈ। ਉਸ ਭਾਈਆ ਜੈ ਰਾਮ ਦੇ ਨਾਲ ਜਦੋਂ ਬੇਬੇ ਨਾਨਕੀ ਜੀ ਦੀ ਸ਼ਾਦੀ ਹੋਈ, ਨਿਜ ਭਗਨੀ ਕੇ ਸੰਗ ਗਏ ਗੁਰ ਤਿਸ ਪੁਰ ਠੀਕੈ। ਗੁਰੂ ਨਾਨਕ ਦੇ ਮਹਾਰਾਜ ਭੈਣ ਦੇ ਨਾਲ ਉਸ ਨਗਰ ਸੁਲਤਾਨਪੁਰ ਵਿੱਚ ਗਏ ਹਨ। ਰਹਿਣ ਲੱਗੇ ਤਬ ਜਬ ਤਹਾਂ ਫੇਰ ਜੈ ਰਾਮ ਵਿਚਾਰੋ। ਜਦੋਂ ਉੱਥੇ ਰਹਿਣ ਲੱਗੇ ਹਨ ਤਾਂ ਭਾਈ ਜੈ ਰਾਮ ਨੇ ਇਹ ਵਿਚਾਰ ਕੀਤੀ, ਗੁਰ ਨਾਨਕ ਤੇ ਤਈ ਸੌਂਪੀਏ ਕਿਛ ਵਿਆਪਾਰੋ। ਇਸ ਤਰ੍ਹਾਂ ਵਿਹਲਾ ਠੀਕ ਨਹੀਂ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੂੰ ਕੋਈ ਕਾਰਜ ਸੌਂਪਣਾ ਚਾਹੀਦਾ ਹੈ, ਕੋਈ ਨਾ ਕੋਈ ਐਸਾ ਕੰਮ ਸੌਂਪਣਾ ਚਾਹੀਦਾ ਹੈ। ਇਹ ਇਉਂ ਵੀ ਦੋਹਰੇ ਦੇ ਰੂਪ ਵਿੱਚ ਵੀ ਲਿਖਿਆ, ਵੱਡੀ ਭੈਣ ਥੀ ਨਾਨਕੀ ਗੁਰੂ ਨਾਨਕ ਕੀ ਜਾਣ। ਸੋ ਜੈ ਰਾਮ ਦੀਵਾਨ ਸੋ ਵਿਆਹੀ ਪੁਰ ਸੁਲਤਾਨ। ਸੂਬੇ ਦੌਲਤ ਖਾਨ ਕਾ ਥਾ ਦੀਵਾਨ ਸੋ ਠੀਕ। ਸ੍ਰੀ ਨਾਨਕ ਕੋ ਉਨ ਰੱਖਿਓ ਪਾਸ ਪੁਰਖ ਲਖ ਨੀਕ। ਜਾਂ ਗੁਰੂ ਸਾਹਿਬ ਨੂੰ ਕੋਲ ਰੱਖ ਲਿਆ। ਇਹ ਚੌਪੀ ਰੂਪ ਵਿੱਚ ਕਿ ਸ੍ਰੀ ਨਾਨਕ ਜੀ ਸੰਤਨ ਪਾਸ ਬੈਠੇ ਰਹਿਤ ਜਾਏ ਬਹੁ ਖਾਸ। ਗੁਰੂ ਮਹਾਰਾਜ ਜੀ ਸੰਤਾਂ ਪੁਰਸ਼ਾਂ ਕੋਲੇ ਜਾ ਕੇ ਬੈਠੇ ਰਹਿੰਦੇ। ਇੱਕ ਦਿਨ ਕਰ ਵਿਚਾਰ ਜੈ ਰਾਮੈ ਸ੍ਰੀ ਨਾਨਕ ਕੋ ਲਾਇਓ ਕੰਮ। ਵਿਚਾਰ ਕਰਕੇ ਕੰਮ ਲਾਤਾ। ਕੀ ਲਾਇਆ? ਮੋਦੀ ਖਾਨਾ ਲੋਧੀ ਕੇਰੋ ਦਇਓ ਦਿਵਾਏ ਕਾਮ ਪਲ ਹੇਰੋ। ਦੌਲਤ ਖਾਨ ਦਾ ਮੋਦੀ ਖਾਨਾ ਸੀ, ਉਹ ਉੱਥੇ ਕੰਮ ਲਾਤੇ। ਇਹ ਇੱਕ ਛਾਪੇ ਵਿੱਚ ਤਾਂ ਇਹ ਚੌਪਈ ਦਾ ਰੂਪ ਹੈ ਤੇ ਇੱਥੇ ਭਾਈ ਕਵਿਤ ਰੂਪ ਦੇ ਵਿੱਚ ਹੈ। ਭਾਵ ਜਿਹੜੇ ਆ ਛਾਪੇ ਵੱਖ-ਵੱਖ ਹਨ ਗਿਆਨੀ ਗਿਆਨ ਸਿੰਘ ਜੀ ਦੇ, ਤੇ ਉਸ ਭਾਵਨਾ ਨਾਲ ਹੀ ਹੈ।
रीत गही गुरु नानक ऐसी, देवै रस्त फौज को जैसी। साध मुसाफिर रंक जो आवे, तैसी तिसके पल्ले पावे। जोखत रस्त जरा नह डरै, 13 13 13 ररै। ਇਉਂ ਸਤਿਗੁਰੂ ਮਹਾਰਾਜ 13 13 ਕਰਕੇ ਕਹਿ ਰਹੇ ਨੇ ਤੇ ਕਵਿੱਤ ਵਿੱਚ ਕਹਿੰਦੇ ਹਨ, ਐਸੇ ਮਨ ਠਾਨ ਕਹਿ ਦੀਵਾਨ ਜਾਏ ਖਾਨ ਪੈ। ਇਸ ਤਰ੍ਹਾਂ ਭਾਈਆ ਜੈ ਰਾਮ ਜੀ ਮਨ ਵਿੱਚ ਵਿਚਾਰ ਕੇ ਨਵਾਬ ਦੌਲਤ ਖਾਂ ਦੇ ਕੋਲ ਜਾ ਕੇ ਕਿਹਾ ਹੈ, ਤੇ ਨਾਨਕ ਕੋ ਮੋਦੀ ਖਾਨਾ ਲੋਦੀ ਕਾ ਦਿਲਾ ਦਿਓ। ਸ੍ਰੀ ਗੁਰੂ ਨਾਨਕ ਦੇ ਮਹਾਰਾਜ ਨੂੰ ਲੋਧੀ, ਸੁਲਤਾਨਪੁਰ ਲੋਧੀ ਦਾ ਮੋਦੀ ਖਾਨਾ, ਅੰਨ ਵਗੈਰਾ ਦਾ ਭੰਡਾਰ, ਵੱਡਾ ਗੋਦਾਮ ਸਟੋਰ, ਜਿੱਥੋਂ ਸਾਰੀ ਫੌਜ ਦਾ ਰਾਸ਼ਨ, ਕੱਪੜਾ, ਹੋਰ ਉਹ ਕੋਈ ਨਿੱਕੀ ਮੋਟੀ ਦੁਕਾਨ ਨਹੀਂ ਸੀ, ਵੱਡਾ ਅੱਜ ਦੇ ਜ਼ਮਾਨੇ ਮੁਤਾਬਕ ਕਹਿ ਲਓ ਵੱਡਾ ਮਾਲ ਸੀ, ਜਿੱਥੋਂ ਅੱਜ ਕੱਲ ਵੱਡੇ ਵੱਡੇ ਮਾਲ ਹੈ ਜਿੱਥੋਂ ਸਾਰਾ ਕੁਝ ਮਿਲ ਜਾਂਦਾ। ਇਸੇ ਤਰ੍ਹਾਂ ਦੇ ਮੋਦੀ ਖਾਨੇ ਹੁੰਦੇ ਜਿੱਥੋਂ ਫੌਜ ਨੂੰ ਕੱਪੜਾ ਵੀ, ਰਾਸ਼ਨ ਵੀ, ਸਾਰਾ ਵੱਖ-ਵੱਖ ਤਰ੍ਹਾਂ ਦਾ। ਤੇ ਉਦੋਂ ਟੈਕਸ ਦੇ ਰੂਪ ਵਿੱਚ ਰਾਸ਼ਨ ਲੋਕਾਂ ਤੋਂ, ਜਿਵੇਂ ਕਣਕ ਚੌਲ ਜੋ ਫਸਲ ਬੀਜਦੇ ਉਹਦਾ ਟੈਕਸ ਵੀ ਫਸਲ ਦਾ ਉਸੇ ਰੂਪ ਵਿੱਚ ਆਉਂਦਾ ਹੁੰਦਾ। ਕੁਝ ਧਨ ਉਹ ਸਾਰਾ ਜਮ੍ਹਾਂ ਵੀ ਕਰਨਾ ਤੇ ਉਹਦਾ ਵੰਡ ਵੀ ਕਰਨੀ, ਉਹ ਸਾਰਾ ਹਿਸਾਬ ਕਿਤਾਬ ਰੱਖਣਾ। ਤੇ ਉਹ ਭਾਈ ਮੋਦੀ ਦਾ ਜਿਹੜਾ, ਉਸ ਨੂੰ ਮੋਦੀ ਖਾਨੇ, ਮੋਦੀ ਕਹਿੰਦੇ ਨੇ ਭੰਡਾਰਿਆਂ ਨੂੰ ਵਰਤਾਉਣ ਵਾਲਾ, ਤੇ ਮੋਦੀ ਖਾਨਾ ਭੰਡਾਰਾ, ਗੋਦਾਮ, ਸਟੋਰ, ਇਸ ਤਰ੍ਹਾਂ ਕਹਿ ਲਓ। ਉੱਥੇ ਸਤਿਗੁਰੂ ਮਹਾਰਾਜ ਨੂੰ ਦਿਲਾ ਦਿੱਤਾ, ਜਬੈ ਗੁਰ ਕਾਰਬਾਰ ਕਰਨੇ ਅਪਾਰ ਲਾਗੇ। ਜਦੋਂ ਸਤਿਗੁਰੂ ਪਾਤਸ਼ਾਹ ਜੀ ਸੋਹਣੀ ਕਿਰਤ ਬੇਅੰਤ ਕਾਰ ਕਰਨ ਲੱਗੇ, ਫੇਰ ਇੱਕ ਐਸ ਹੀ ਅਚਾਰ ਧਾਰ ਲੈਣ ਹੈ ਲਿਓ। ਫਿਰ ਗੁਰੂ ਮਹਾਰਾਜ ਨੇ ਐਸਾ ਕਰਤੱਵ ਧਾਰ ਲਿਆ, ਜੈਸੀ ਇਹ ਰਸਦ ਦੇਵੈ ਫੌਜ ਓ ਨਵਾਬ ਤਾਈ। ਜਿਸ ਤਰ੍ਹਾਂ ਜਿਵੇਂ ਰਸਦ ਫੌਜ ਨੂੰ ਜਾਂ ਨਵਾਬ ਨੂੰ ਭੇਜਦੇ ਹਨ, ਤੈਸੇ ਹੀ ਗਰੀਬਨ ਕੋ ਸਦਾ ਬ੍ਰਤ ਲਾ ਦਿਓ। ਉਸੇ ਤਰ੍ਹਾਂ ਮਹਾਰਾਜ ਨੇ ਗਰੀਬਾਂ ਵਾਸਤੇ ਵੀ ਸਦਾ ਵਰਤੀ ਲਾ ਦਿੱਤਾ। ਕਾਹੂ ਤਬ ਚੁਗਲੀ ਉਗਲੀ ਜਾਏ ਲੋਧੀ ਢਹਿਗ। ਕਿਸੇ ਨੇ ਜਾ ਕੇ ਚੁਗਲੀ ਉਗਲ ਦਿੱਤੀ, ਕਹਿ ਦਿੱਤੀ। ਲੋਧੀ ਜਿਹੜਾ ਦੀਵਾਨ ਉੱਥੋਂ ਦਾ ਮਾਲਕ ਸੀ, ਦੌਲਤ ਖਾਂ ਲੋਧੀ, ਉਸ ਨੂੰ ਕਹਿ ਦਿੱਤਾ ਹੈ। ਜਦੋਂ ਕਦੇ ਤੁਸੀਂ ਜਾਓ ਸੁਲਤਾਨਪੁਰ ਲੋਧੀ, ਆਮ ਤੌਰ ਤੇ ਮੂਹਰੇ ਤੁਸੀਂ 2 ਗੁਰਦੁਆਰਿਆਂ ਦੇ ਦਰਸ਼ਨ ਤਾਂ ਜ਼ਰੂਰ ਕਰ ਲੈਂਦੇ ਹੋ, ਗੁਰਦੁਆਰਾ ਹੱਟ ਸਾਹਿਬ ਤੇ ਗੁਰਦੁਆਰਾ ਬੇਰ ਸਾਹਿਬ। ਲੇਕਿਨ ਜਦੋਂ ਹੱਟ ਸਾਹਿਬ ਗੁਰਦੁਆਰੇ ਦੇ ਨਾਲ ਹੀ ਅੰਦਰ ਨੂੰ ਸੜਕ ਜਾਂਦੀ ਹੈ, ਉੱਥੋਂ ਜਾ ਕੇ ਕਦੇ ਸੁਲਤਾਨਪੁਰ ਲੋਧੀ ਜਾਵੋ ਤਾਂ ਅੰਦਰ ਗੁਰਦੁਆਰੇ ਨੇ ਬੇਬੇ ਨਾਨਕੀ ਜੀ ਦਾ ਘਰ ਹੈ, ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦਾ ਵੀ ਘਰ ਹੈ, ਜਿੱਥੇ ਬਾਬਾ ਸ੍ਰੀ ਚੰਦ ਬਾਬਾ ਲਖਮੀ ਦਾਸ ਜੀ ਨੇ ਅਵਤਾਰ ਲਿਆ। ਉਹ ਕਮਰਾ ਵੀ ਉਸੇ ਤਰ੍ਹਾਂ ਹੈ, ਹੁਣ ਬੰਦ ਚਾਰੇ ਪਾਸਿਓਂ, ਪੁਰਾਤਨ ਕਮਰਾ ਹੈ। ਪੁਰਾਤਨ ਖੂਹੀਆਂ ਨੇ ਬੇਬੇ ਨਾਨਕੀ ਦੇ ਘਰ ਵਿੱਚ ਵੀ ਉਹ ਪੁਰਾਤਨ ਖੂਹੀ ਹੈ, ਤੇ ਉਹ ਜਗ੍ਹਾ ਉਸੇ ਤਰ੍ਹਾਂ ਦਾ ਇਨ ਉਹ ਘਰ ਬਣਾਇਆ ਗਿਆ, ਉਵੇਂ ਹੀ ਮਹਾਰਾਜ ਦਾ ਪ੍ਰਕਾਸ਼ ਹੈ। ਫਿਰ ਉਹ ਜਗ੍ਹਾ ਜਿੱਥੇ ਮਹਾਰਾਜ ਦੇ ਨਾਲ ਹਿਸਾਬ ਕਿਤਾਬ ਹੋਇਆ, ਨੇੜੇ ਨੇੜੇ ਹੀ ਉਹ ਜਗ੍ਹਾ ਹਨ। ਤੇ ਨਾਲ ਹੀ 6ਵੇਂ ਪਾਤਸ਼ਾਹ ਮਹਾਰਾਜ ਦਾ ਵੀ ਗੁਰਦੁਆਰਾ ਸਾਹਿਬ ਹੈ। 5ਵੇਂ ਪਾਤਸ਼ਾਹ ਜਦੋਂ ਬਰਾਤ ਲੈ ਕੇ ਡੱਲੇ ਪਿੰਡ ਪਹੁੰਚਣਾ ਸੀ, ਇੱਥੇ ਮਹਾਰਾਜ ਰਾਤ ਰੁਕੇ, ਜਿੱਥੇ ਫਿਰ ਸਵੇਰ ਦੇ ਸਮੇਂ ਅੰਮ੍ਰਿਤ ਵੇਲੇ ਸਿਹਰਾ ਸਜਾਇਆ, ਉਹ ਸਿਹਰਾ ਸਾਹਿਬ ਗੁਰਦੁਆਰਾ। ਇਹ ਸਥਾਨ ਅੰਦਰ ਨੂੰ ਨੇ, ਆਮ ਸੰਗਤ ਉਧਰ ਨੂੰ ਘਟ ਜਾਂਦੀ ਹੈ। ਇਸ ਤਰ੍ਹਾਂ ਉਹ ਸਥਾਨ ਜ਼ਰੂਰ ਦਰਸ਼ਨ ਕਰਕੇ ਆਉਣੇ ਚਾਹੀਦੇ ਆ ਜਦ ਕਿਤੇ ਜਾਵੋ। ਕਹਿਣ ਦਾ ਭਾਵ ਹੈ ਕਿ ਉਹ ਵੱਖ-ਵੱਖ ਜਗ੍ਹਾ ਨੇ, ਜਿੱਥੇ ਨਵਾਬ ਦਾ ਅੰਦਰ, ਜਿੱਥੇ ਵੱਡਾ ਉਹਦਾ ਘਰ ਸੀ, ਜਿੱਥੇ ਉਹਨੇ ਬੈਠ ਕੇ ਹਿਸਾਬ ਕਿਤਾਬ ਕੀਤਾ। ਉਹ ਮੋਦੀ ਖਾਨਾ ਤਾਂ ਬਾਹਰ ਉੱਪਰ ਹੀ ਆ ਜਾਂਦਾ, ਮੁੱਖ ਸੜਕ ਦੇ ਉੱਤੇ ਹੀ ਹੈ, ਜਿਹੜੀ ਨਗਰ ਦੇ ਵਿੱਚ ਦੀ ਜਾਂਦੀ, ਅੱਗੇ ਬੇਰ ਸਾਹਿਬ ਨੂੰ ਚਲੀ ਜਾਂਦੀ ਹੈ, ਜਿੱਥੇ ਮਹਾਰਾਜ ਦਾ ਮੋਦੀ ਖਾਨੇ ਵਿੱਚ 13 13 ਤੋਲ ਕੇ ਦਿੰਦੇ ਆ। ਕਿਸੇ ਨੇ ਚੁਗਲੀ ਕਰ ਦਿੱਤੀ ਉਸ ਸਮੇਂ, ਇੱਥੇ ਕਿਹਾ ਕਿ ਸਾਧ ਮੁਸਾਫਿਰ ਰੰਕ ਜੋ ਆਵੇ, ਤੈਸੀ ਤਿਸਕੇ ਪੱਲੇ ਪਾਵੇ। ਜੋ ਵੀ ਆਉਂਦਾ ਉਹਦੇ ਉਸ ਤਰ੍ਹਾਂ ਜੋਖਤ ਰਸਤ ਜਰਾ ਨਹੀਂ ਡਰੈ। ਕਹਿੰਦੇ ਜਦੋਂ ਰਸਤ ਜੋਗਦੇ ਆ ਮਨ ਵਿੱਚ ਕੋਈ ਭੈ ਨਹੀਂ। 13 13 13 13 13 13 ਹੀ ਕਰਦੇ ਆ ਗਿਣਤੀ, ਔਰ ਨਾ ਕਰ ਹੈ ਕਾਈ। ਹੋਰ ਮਹਾਰਾਜ ਗਿਣਤੀ ਨਹੀਂ ਕਰਦੇ ਹਨ, ਕਿ ਹੋਰ ਕੋਈ ਗਿਣਤੀ ਮਿਣਤੀ ਦੇ ਵਿੱਚ ਨਹੀਂ ਪੈਂਦੇ।
ਇਹ ਸਤਿਗੁਰੂ ਮਹਾਰਾਜ 13 ਕਰਕੇ ਵਰਤਾ ਰਹੇ ਨੇ। ਸਦ ਵਰਤ ਵੱਡ ਰਾਖਿਓ ਲਾਈ, ਤੇ ਸਦਾ ਵਰਤ ਗੁਰੂ ਸਾਹਿਬ ਨੇ ਵੱਡਾ ਲਾ ਕੇ ਰੱਖਿਆ। ਭੀੜ ਗਰੀਬ ਫਕੀਰਨ ਕੇਰੀ, ਮੋਦੀ ਖਾਨੇ ਰਹੇ ਵਧੇਰੀ। ਪੀਰਾਂ ਫਕੀਰਾਂ ਦੀ ਬਹੁਤ ਵੱਡੀ ਭੀੜ ਮੋਦੀ ਖਾਨੇ ਵਿੱਚ ਲੱਗੀ ਰਹਿੰਦੀ। 2 ਸਾਲ ਜਬ ਐਸ ਗੁਜ਼ਾਰੇ, ਦੁਸ਼ਟ ਈਰਖਾ ਜਬ ਜਸ ਮੋਦੀ ਕਾ ਫੈਲਿਓ ਸਾਰੇ। 2 ਸਾਲ ਜਬ ਐਸ ਗੁਜ਼ਾਰੇ, ਮੋਦੀ ਦਾ ਜਸ ਭਾਵ ਗੁਰੂ ਸਾਹਿਬ ਦਾ ਫੈਲ ਗਿਆ ਤੇ 2 ਸਾਲ ਇਸ ਤਰ੍ਹਾਂ ਗੁਜ਼ਰੇ। ਦੁਸ਼ਟ ਈਰਖਾ ਕਰ ਚਤਰਾਈ, ਦੌਲਤ ਖਾਂ ਲੋਧੀ ਢਿਗ ਜਾਈ। ਚੁਗਲੀ ਉਗਲੀ ਕਹਿਓ ਬਨਾ ਹੈ, ਮੋਦੀ ਖਾਨਾ ਦਇਓ ਲੁਟਾ ਹੈ। ਜਾ ਕੇ ਕਿਹਾ ਕਿ ਇਹ ਦੌਲਤ ਖਾਂ ਤੇਰਾ ਤੇ ਮੋਦੀ ਖਾਨਾ ਤੇਰਾ ਮੋਦੀ ਲੁਟਾਈ ਜਾ ਰਿਹਾ ਹੈ। ਸੁਣੀ ਨਵਾਬ ਹਿਸਾਬ ਕਰਾ ਲਿਓ, ਸੁਣੀ ਨਵਾਬ ਹਿਸਾਬ ਕਰਾਇਓ। ਲਹਿਣਾ ਮੋਦੀ ਕਾ ਨਿਕਸਾਇਓ। ਜਦੋਂ ਹਿਸਾਬ ਕਰਾਇਆ ਤੇ ਗੁਰੂ ਨਾਨਕ ਦੇ ਪਾਤਸ਼ਾਹ ਦਾ ਲੈਣਾ ਨਿਕਲ ਆਇਆ। ਦੇਖਣ ਵਾਲੇ ਰਹੇ ਹੈਰਾਨਾ, ਸ੍ਰੀ ਨਾਨਕ ਕੋ ਵਲੀ ਪਛਾਨਾ। ਜਿਹੜੇ ਵੇਖਣ ਵਾਲੇ ਸੀ ਹੈਰਾਨ ਰਹਿ ਗਏ ਤੇ ਕੋਈ ਬਲੀ ਪੁਰਸ਼ ਹੈ। ਮੂਲ ਚੰਦ ਖੱਤਰੀ ਇੱਕ ਚੋਣਾ, ਪੱਖੋ ਪਿੰਡ ਬਸਤ ਗੁਣ ਹੋਣ ਰੋਣਾ। ਇਹ ਫਿਰ ਅਗਲੀ ਕਥਾ ਆ ਜਾਂਦੀ ਹੈ, ਉਹ ਚੌਪਈ ਵਿੱਚ ਹੈ। ਇੱਥੇ ਕਵਿਤ ਦੇ ਵਿੱਚ ਕਹਿ ਰਹੇ ਨੇ ਕਿ ਕਿਸੇ ਨੇ ਕਾਹੂ ਤਬ ਚੁਗਲੀ ਉਗਲੀ ਜਾਏ ਲੋਧੀ ਢਿਗ। ਕਿਸੇ ਨੇ ਚੁਗਲੀ ਲੋਧੀ ਦੌਲਤ ਖਾਂ ਨੂੰ ਕਹੀ, ਮੋਦੀ ਖਾਨਾ ਨਾਨਕ ਨੇ ਤੁਮਰਾ ਲੁਟਾ ਦਿਓ। ਇਹ ਦੌਲਤ ਖਾਂ ਤੇਰਾ ਤੇ ਮੋਦੀ ਖਾਨਾ ਗੁਰੂ ਨਾਨਕ ਦੇ ਮਹਾਰਾਜ ਨੇ ਲੁਟਾ ਦਿੱਤਾ। ਕੀ ਉਹ ਤਬ ਲੋਧੀ ਨੇ ਹਿਸਾਬ ਜਬ ਮੋਦੀ ਸੰਗ। ਹੁਣ ਇਹ ਪੁਰਾਣੇ ਗ੍ਰੰਥਾਂ ਵਿੱਚ ਮੋਦੀ ਸ਼ਬਦ ਕਈ ਵਾਰ ਆਉਂਦਾ ਤੇ ਚਲੋ ਆ ਗੱਲ ਚੱਲਦੀ ਵਿੱਚ ਆ ਗਈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਦੇ ਅਰਥ ਕਰਦੇ ਆ। ਇੱਕ ਟੀਕਾਕਾਰ ਨੇ ਵੀ ਮੋਦੀ ਸ਼ਬਦ ਕੀਤੇ ਅਰਥ, ਜਿਵੇਂ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਭੰਡਾਰੀ ਕੀ ਹੈ? ਮੋਦੀ ਦਾ ਅਰਥ ਕੀ ਹੈ? ਭੰਡਾਰੀ, ਭੰਡਾਰਿਆਂ ਨੂੰ ਵਰਤਾਉਣ ਵਾਲਾ। ਤੇ ਉਹ ਹੁਣ ਜਿਹੜਾ ਹੈ ਸਾਡੇ ਭੂਤ ਸਵਾਰ ਹੋਇਆ RSS ਦਾ। ਕੋਈ ਗੱਲ ਹੋਵੇ, ਜਿਹੜੇ ਫੇਸਬੁੱਕ ਵਗੈਰਾ ਜਾਂ ਸੋਸ਼ਲ ਮੀਡੀਆ ਵਰਤਦੇ ਆ ਉਹਨਾਂ ਨੂੰ ਪਤਾ, ਕੋਈ ਮਾੜੀ ਜੀ ਗੱਲ ਹੈ ਇਹ ਜੀ RSS ਦੀ ਚਾਲ ਹੈ। ਇੰਨੀ ਨਾ ਪਤਾ ਹੈ। ਕਈਆਂ ਤੋਂ ਪੁੱਛੀਦਾ ਵੀ RSS ਕੀ ਹੈ, ਕਦੇ ਦੇਖ ਪਤਾ ਕੋਈ ਮੂੰਹ ਦੇਖਿਆ? ਪਤਾ ਕੋਈ ਨਹੀਂ, ਉਹੀ ਗੱਲ ਮੂੰਹ ਚੜ ਗਈ। ਕੋਈ ਗੱਲ ਹੋਵੇ ਤੇ RSS ਇੱਕ ਜਗ੍ਹਾ ਸਾਨੂੰ ਮਿਲ ਗਿਆ। ਉਹ ਹੁਣ ਜਿੱਥੋਂ ਹਾਰਮੋਨੀਅਮ ਬਣ ਕੇ ਆਉਂਦੇ ਆ ਉਹ ਆਪਦਾ ਲੋਗੋ ਲਾ ਦਿੰਦੇ ਆ। ਕਈ ਜਗ੍ਹਾ ਤੇ ਆ ਅਲੱਗ-ਅਲੱਗ ਲਾਏ ਹੋਏ ਆ ਤੇ ਉਹ ਜਿਹੜਾ ਉਹ ਲੋਗੋ ਲਾਇਆ ਹੋਇਆ ਸੀ, ਹੁਣ ਉਹਨਾਂ ਦਾ ਇੱਥੇ ਮੰਡੀ ਨੇ ਅਹਿਮਦਗੜ੍ਹ, ਉਹ ਹੈਗਾ ਪਨੇਸਰ ਮਿਊਜ਼ਿਕ, ਇਸ ਤਰ੍ਹਾਂ ਉਹਨਾਂ ਦਾ ਕੋਈ ਹੈਗਾ ਨਾਂ, ਆਪਦੇ ਗੋਤ ਤੇ ਹੈ। ਤੇ ਮੈਨੂੰ ਕਹਿੰਦਾ ਜੀ ਆਹ ਤੁਹਾਡਾ ਗੋਤ ਹੈ? ਮੈਂ ਵੀ ਨਹੀਂ, ਸਾਡਾ ਗੋਤ ਤਾਂ ਹੈ ਨਹੀਂ। ਤੇ ਕਹਿੰਦਾ ਵੀ, ਮੈਂ ਕਿਹਾ ਇਹ ਜਿਹੜੇ ਬਣਾਉਣ ਵਾਲੇ ਉਹਨਾਂ ਦਾ ਗੋਤ ਹੈ। ਤੇ ਉਹ ਸੀਗਾ ਇੱਕ ਪ੍ਰਚਾਰਕ ਨੂੰ ਸੁਣਨ ਵਾਲਾ, ਰੰਗ ਬਰੰਗੇ ਨੂੰ। ਤੇ ਮੈਂ ਕਿਹਾ ਵੀ ਕੀ ਗੱਲ, ਤੁਹਾਨੂੰ ਕੀ ਵਹਿਮ ਪੈ ਗਿਆ? ਕਹਿੰਦਾ ਜੀ ਬਸ ਕੁਛ ਨਹੀਂ, ਇਹ ਵੀ RSS ਦੀ ਹੋਈ ਚਾਲ ਹੈ। ਮੈਂ ਕਿਹਾ ਵੀ ਇਹ ਹੁਣ ਉਹਦਾ ਲੋਗੋ ਹੈ ਭਰਾਵਾ, ਤੇ ਹੋਰ ਕਿੰਨੇ ਨੇ? ਫਿਰ ਮੈਨੂੰ ਦੱਸਿਆ, ਮੈਂ ਪਟਿਆਲੇ ਨਾਗੀ ਵਾਲੇ ਬਣਾਉਂਦੇ ਆ, ਉਹ ਨਾਗੀ ਵੀ ਗੋਤ ਹੀ ਹੈ। ਤੇ ਲੁਧਿਆਣੇ ਕਲਸੀ ਵਾਲੇ ਬਣਾਉਂਦੇ ਆ, ਕਲਸੀ ਗੋਤ ਹੈ। ਜਲੰਧਰ ਭੋਗਲ ਵਾਲੇ ਬਣਾਉਂਦੇ ਆ, ਉਹਨਾਂ ਦਾ ਭੋਗਲ ਗੋਤ ਹੈ। ਉਹਨਾਂ ਨੇ, ਮੈਂ ਕਿਹਾ ਸਾਰਿਆਂ ਨੇ ਨਾਂ ਰੱਖੇ ਆ। ਤੇ ਫਿਰ ਉਹ ਜਿਹੜੇ ਪਿੰਡ ਦਾ ਸੀ ਨਾ, ਤੇ ਉਸ ਪਿੰਡ ਦੇ ਨਾਲ ਵੀ ਗੋਤ ਜੁੜਦਾ। ਹੁਣ ਮੈਂ ਪਿੰਡ ਦਾ ਨਾਂ ਨਹੀਂ ਲੈਂਦਾ, ਕਈ ਪਿੰਡਾਂ ਨਾਲ ਜੁੜਦਾ ਹੈ ਨਾ, ਕੱਲਾ ਹੀ। ਜਿਵੇਂ ਆਪਣਾ ਹੁਣ ਦੇਖੋ ਹੈ ਬੁਰਜੀ ਪਿੰਡ ਹੈ, ਤੇ ਆਪਣੇ ਕੋਲ ਹੀ ਹੈ ਇੱਕ ਬੁਰਜ ਲਿੱਟਾਂ, ਉਹਦੇ ਨਾਲ ਵੀ ਤਾਂ ਲਿੱਟਾਂ ਸ਼ਬਦ ਲਿੱਟ ਗੋਤ ਹੀ ਹੈ। ਇਸੇ ਤਰ੍ਹਾਂ ਹੀ ਉਹਨਾਂ ਦੇ ਪਿੰਡ ਨਾਲ ਜੁੜਦਾ ਹੈ, ਕਈ ਪਿੰਡਾਂ ਨਾਲ ਜੁੜਦੇ ਨੇ। ਜਿਵੇਂ ਆਪਾਂ ਆਮ ਦੇਖਦੇ ਆ ਭੈਣੀਆਂ ਨੇ, ਭੈਣੀ ਰੋੜਾ, ਭੈਣੀ ਬੜਿੰਗਾ, ਇਹ ਬੜਿੰਗ ਵੀ ਤਾਂ ਗੋਤ ਹੀ ਹੈ। ਤੇ ਮੈਂ ਕਿਹਾ ਗੁਰਮੁਖਾ ਵੀ ਆ ਤੁਹਾਡਾ ਪਿੰਡ ਵੀ RSS ਹੀ ਬੰਨ ਕੇ ਗਏ ਹੁਣ। ਕਹਿੰਦਾ ਕਿਉਂ? ਮੈਂ ਕਿਹਾ ਭਾਈ ਵੀ ਤੇਰਾ ਪਿੰਡ ਦੇ ਨਾਲ ਵੀ ਗੋਤ ਲਾਇਆ ਹੋਇਆ, ਇਹ ਵੀ ਆ। ਫਿਰ ਹੋਰ ਇਤਕਾ ਚੱਕ ਕੇ, ਤੇ ਅਸਲ ਕਹਾਣੀ ਕੀ ਸੀ, ਉਹਦਾ ਆਪ ਵੀ ਗੋਤ ਉਹੀ ਹੈ। ਤੇ ਕਹਿਣ ਦਾ ਭਾਵ ਹੈ ਕਿ ਨਾ ਤਾਂ ਕਿਸੇ ਨੂੰ ਸਮਝ ਹੈ, ਕੋਈ ਗੱਲ ਨਹੀਂ, ਕੋਈ ਕਹਾਣੀ ਨਹੀਂ,
ਬਹੁਤ ਇਸ ਤਰ੍ਹਾਂ ਪਿੰਡਾਂ ਦੇ ਨਾਲ ਸ਼ਬਦ ਜੁੜੇ ਹੋਏ ਨੇ, ਗੋਤ ਲੱਗ ਗਏ। ਉਹ ਕਾਰਨ ਕੀ, ਜਿਹਨਾਂ ਨੇ ਬੰਨਿਆ ਹੌਲੀ ਹੌਲੀ ਉਹੀ ਉਹਦੇ ਨਾਲ, ਕਿਉਂਕਿ ਰਲਵੇਂ ਪਿੰਡ ਕਈ ਹੁੰਦੇ ਆ। ਤੇ ਹੁਣ ਆਮ ਆਪਾਂ ਦੇਖਦੇ ਆ ਗਿੱਲ ਪਿੰਡ, ਗਿੱਲ ਵੀ ਗੋਤ ਹੀ ਹੈ। ਤੇ ਹੋਰ ਕਈ ਜਗ੍ਹਾ ਨੇ ਇਹ ਆ, ਜਿਵੇਂ ਹੁਣ ਮਾਣੂ ਕੇ ਪਿੰਡ ਹੈ, ਆਮ ਤੌਰ ਤੇ ਦੇਖੋ ਇਹਨੂੰ ਮਾਣੂ ਕੇ ਸੰਧੂ ਕਹਿ ਦਿੰਦੇ ਆ। ਜਿਹੜਾ ਆਪਣੇ ਕੋਲੇ ਇੱਕ ਨਿਹਾਲ ਸਿੰਘ ਵਾਲੇ ਤੋਂ ਪਰੇ ਨੂੰ ਉਹਨੂੰ ਮਾਣੂ ਕੇ ਗਿੱਲ ਕਹਿ ਦਿੰਦੇ ਆ। ਉਹ ਪਛਾਣ ਹੈ ਨਾ, ਦੋ ਪਿੰਡਾਂ, ਕਈ ਪਿੰਡਾਂ ਨਾਲ ਜੁੜੇ ਆ। ਤੇ ਇੱਥੇ ਹੁਣ ਹਰੇਕ ਗੱਲ ਨੂੰ ਠੀਕ ਹੈ, ਮੈਂ ਕਿਹਾ ਗੁਰਮੁਖਾ ਵੀ ਇਸ ਗੱਲ ਦਾ ਮਾਣ ਨਹੀਂ ਕਰਨਾ ਚਾਹੀਦਾ ਕਿਸੇ ਨੂੰ, ਮੇਰਾ ਫਲਾਣਾ ਗੋਤ ਹੈ, ਤੇ ਮਾਣ ਹੰਕਾਰ ਨਾ ਹੋਵੇ। ਇਹ ਤਾਂ ਇੱਕ ਪਹਿਚਾਣਕ ਸ਼ਬਦ ਆ, ਉਹਨਾਂ ਦੇ ਲੋਗੋ ਨੇ। ਗੱਲ ਕੀ ਹੈ ਤੇ ਹੁਣ ਕੀ ਕਰੀਏ, ਕੀ ਤੋਂ ਲਈਏ? ਮੈਂ ਤੂੰ ਦੱਸ ਦੇ ਭਾਈ, ਜਾਂ ਤੂੰ ਬਣਾਉਣ ਲੱਗ ਜਾ, ਤੇਰੇ ਕੋਲੋਂ ਲੈ ਲਿਆ ਕਰਾਂਗੇ, ਤੂੰ ਹੋਰ ਨਾਂ ਰੱਖ ਲੈ ਕੋਈ। ਸੋ ਰਹੋ ਵਿਚਾਰ। ਇਹ ਆ ਉੱਥੇ ਮੋਦੀ ਦਾ ਉਹਨਾਂ ਨੇ ਕਹਿਤਾ ਜੀ ਇਹ RSS ਦੀ ਚਾਲ ਹੈ। ਆਹ ਦੇਖੋ ਗੁਰਬਾਣੀ ਦੇ ਅਰਥ ਕਰਦੇ ਆ, ਆਖੇ ਮੋਦੀ ਲੈ ਮੈਂ ਬੇਨਤੀ ਕੀਤੀ, ਗੁਰੂ ਗ੍ਰੰਥ ਸਾਹਿਬ ਚ ਵੀ ਮੋਦੀ ਸ਼ਬਦ ਆਉਂਦਾ, ਮੋਦੀ ਕੇ ਘਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ। ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਆ ਗਿਆ। ਗੁਰੂ ਮਹਾਰਾਜ ਦੇ ਸ਼ਬਦ ਅਮਿਤ ਵੀ ਆਇਆ, ਮਨਮੋਹਨ ਵੀ ਆਇਆ। ਫਿਰ ਇਹ ਹੁਣ ਕਿਤੇ ਬੰਦਿਆਂ ਦੇ, ਉਹਨਾਂ ਦੇ ਨਾਂ, ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬਣਿਆ ਜਾਂ ਅਮਿਤ ਸ਼ਾਹ ਗ੍ਰਹਿ ਮੰਤਰੀ ਉਹਦਾ ਨਾਂ ਹੈ। ਨਹੀਂ, ਅੱਜ ਕੱਲ ਕੀ ਹੈ ਕਿ ਨਾ ਕੋਈ ਗਿਆਨ ਆ ਨਾ ਵਾਸਤਾ, ਕੰਮ ਦੱਬੀ ਫਿਰਦੇ ਨੇ। ਤੇ ਇੱਥੇ ਹੁਣ ਦੇਖੋ ਪੁਰਾਤਨ ਇਤਿਹਾਸ ਹੈ, ਉਦੋਂ ਤਾਂ ਮੋਦੀ ਜੰਮਿਆ ਵੀ ਨਹੀਂ ਸੀ ਜਦੋਂ ਦਾ ਇਹ ਇਤਿਹਾਸ ਗਿਆਨੀ ਗਿਆਨ ਸਿੰਘ ਨੇ ਲਿਖਿਆ। ਤੇ ਇਹਨਾਂ ਨੇ ਕਈ ਵਾਰੀ ਮੋਦੀ ਸ਼ਬਦ ਵਰਤਿਆ ਇੱਥੇ। ਤੇ ਉਸ ਸਮੇਂ ਕਹਿੰਦੇ ਭਾਈ ਕੀਓ ਤਬ ਲੋਧੀ ਨੇ ਹਿਸਾਬ ਜਬ ਮੋਦੀ ਸੰਗ, ਭਾਵ ਦੌਲਤ ਖਾਂ ਲੋਧੀ ਨੇ ਜਦੋਂ ਗੁਰੂ ਨਾਨਕ ਦੇ ਪਾਤਸ਼ਾਹ ਨਾਲ ਹਿਸਾਬ ਕੀਤਾ, ਲੈਣਾ ਫਿਰ ਮੋਦੀ ਕਾਹੀ ਲੋਧੀ ਔਰ ਨਿਕਸੋ। ਤਾਂ ਭਾਈ ਲੈਣਾ ਦੌਲਤ ਖਾਂ ਲੋਧੀ ਵੱਲ ਸਤਿਗੁਰਾਂ ਦਾ ਨਿਕਲ ਆਇਆ। ਦਿਓ ਤਬ ਨ੍ਰਿਪਨ ਸੋ ਬਿਤ ਬਹੁ ਨਾਨਕ ਕੋ। ਤਾਂ ਦੌਲਤ ਖਾਂ ਲੋਧੀ ਨੇ ਉਹ ਧੰਨ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਨੂੰ ਜੋ ਨਿਕਲਦਾ ਸੀ ਦਿੱਤਾ ਹੈ। ਸੁਨ ਕੈ ਦੀਵਾਨ ਜੈ ਰਾਮ ਮਨ ਬਿਕਸੋ। ਇਹ ਗੱਲ ਸੁਣ ਕੇ ਜੈ ਰਾਮ ਭਾਈਆ ਜਿਹੜਾ ਮਨ ਵਿੱਚ ਫਿਕਰ ਕਰਦਾ ਸੀ ਬਹੁਤ ਖੁਸ਼ ਹੋਇਆ। ਫਿਰ ਗੁਰੂ ਅਸਨ ਬਸਨ ਬਹੁ ਦੀਨਨ ਕੋ। ਫਿਰ ਸਤਿਗੁਰੂ ਮਹਾਰਾਜ ਜੀ ਅਸਨ ਬਸਨ ਭੋਜ ਬਸਤਰ ਅੰਨ ਬਹੁਤ ਦੀਨਨ ਕੋ, ਦੀਨਨ ਗਰੀਬਾਂ ਨੂੰ ਦੇ ਰਹੇ ਹਨ। ਦਿਨ ਦਿਨ ਦੂਨਾ ਦਿਨ ਲਾਗੇ ਦਾਨ 100। ਇੱਕ ਸਾਰ ਲਗਾਤਾਰ ਹੀ ਹਰ ਰੋਜ਼ ਦਿਨੋਂ ਦਿਨ ਦੂਣਾ ਦੁੱਗਣਾ ਦੇਣ ਲੱਗ ਪਏ ਹਨ। ਦੇਸ ਦੇਸ ਵਿੱਚ ਜਸ ਫੈਲ ਗਇਓ ਭਾਰ ਸਾਰ। ਦੇਸ਼ ਦੇਸ਼ ਦੂਰ ਦਰਾਡੇ ਇਲਾਕਿਆਂ ਵਿੱਚ ਬਹੁਤ ਹੀ ਜ਼ਿਆਦਾ ਚੰਗਾ ਸੋਹਣਾ ਮਹਾਰਾਜ ਦਾ ਜਸ ਫੈਲ ਗਿਆ। ਆਵੈ ਜਨ ਜਾਚਕ ਅਪਾਰ ਦਿਕ ਦਿਕ ਸੋ। ਤਾਂ ਦੂਰੋਂ ਦੂਰੋਂ ਮੰਗ ਤੇ ਸਾਧੂ ਫਕੀਰ ਸਾਰੇ ਪਾਸਿਆਂ ਤੋਂ ਆਉਣ ਲੱਗ ਪਏ। ਕਈ ਵਾਰ ਲੇਖਾ ਭਇਓ ਸ਼ੇਖ ਗੁਰ ਹੀ ਕੋ ਰਹਿਓ। 3 ਵਾਰੀ ਹਿਸਾਬ ਕਿਤਾਬ ਹੋਇਆ। ਆਪਾਂ ਇਹ ਕਥਾ ਸ੍ਰੀ ਨਾਨਕ ਪ੍ਰਕਾਸ਼ ਵਿੱਚ ਪੜ੍ਹੀ ਹੈ। ਕਈ ਵਾਰ ਇੱਥੇ ਲਿਖਿਆ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਲੇਖਾ ਹੋਇਆ ਸ਼ੇਖ ਗੁਰ ਹੀ ਕੋ ਰਹਿਓ। ਬਾਕੀ ਜਿਹੜਾ ਵਾਧਾ ਹੈ ਉਹ ਗੁਰੂ ਨਾਨਕ ਦੇ ਮਹਾਰਾਜ ਦੇ ਹੀ ਰਿਹਾ ਦੌਲਤ ਖਾਂ ਵੱਲ। ਪੇਖ ਨ੍ਰਿਪ ਨਾਨਕ ਕੋ ਬਲੀ ਲੋਕ ਜਾਣਿਓ। ਰਾਜਾ ਗੁਰੂ ਸਾਹਿਬ ਮਹਾਰਾਜ ਨੂੰ ਵੇਖ ਕੇ ਬਲੀ ਲੋਕ ਜਾਣਦਾ ਹੈ ਕਿ ਕੋਈ ਮਹਾਨ ਪੁਰਸ਼ ਹੈ। ਪੱਖੋ ਨਾਮ ਗ੍ਰਾਮ ਏਕ ਨੇਕ ਹੈ ਰੰਧਾਵਨ ਕੋ। ਹੁਣ ਦੂਜੀ ਗੱਲ ਦੱਸਦੇ ਨੇ ਕਿ ਪੱਖੋ ਕੇ ਨਾਮ ਦਾ ਇੱਕ ਪਿੰਡ ਹੈ ਜਿਹੜਾ ਰੰਧਾਵਿਆਂ ਦਾ, ਰੰਧਾਵੇ ਗੋਤ ਦਾ ਉੱਥੋਂ ਦਾ ਸੀ। ਜਿਹੜਾ ਜਿਵੇਂ ਭਾਈ ਅਜਿੱਤਾ ਰੰਧਾਵਾ ਸੀ, ਇਹਦਾ ਬਾਪ ਸੀ ਪਹਿਲਾਂ। ਇਹ ਉੱਥੋਂ ਦੇ ਰੰਧਾਵਿਆਂ ਦਾ ਪਟਵਾਰੀ ਸੀ ਮੂਲ ਚੰਦ, ਉੱਥੋਂ ਦਾ ਰਹਿਣ ਵਾਲਾ ਰੰਧਾਵਿਆਂ ਦਾ। ਪੱਖੋ ਕੇ ਨਾਮ ਗ੍ਰਾਮ ਏਕ ਨੇਕ ਹੈ ਰੰਧਾਵਨ ਕੋ। ਇਹ ਚੌਪਈ ਵਿੱਚ ਵੀ ਲਿਖਿਆ ਕਿ ਮੂਲ ਚੰਦ ਖੱਤਰੀ ਇੱਕ ਚੋਣਾ, ਪੱਖੋ ਪਿੰਡ ਬਸਤ ਗੁਣ ਰੋਣਾ।
नाम सुलखणी ताहे दुलारी, सदगुण मंद होती सदगुर मंदर होती कुमारी। 1545 माही, श्री नानक संग सो ब्याही। 1551 माही, श्री चंद सुत प्रगटे ताहे, बीच 53 लखमी चंद, गुर घर प्रगटे बखत बुलंद। कि 1547 विक्रमी विच विवाह होया, 1551 विक्रमी विच बाबा श्री चंद जी का अवतार होया, जन्म होया। 1553 ਦੇ ਵਿੱਚ ਬਾਬਾ ਲਖਮੀ ਚੰਦ ਮਹਾਰਾਜ ਪ੍ਰਗਟ ਹੋਏ। ਉਹ ਇੱਥੇ ਲਿਖ ਰਹੇ ਹਨ ਕਵਿਤ ਵਿੱਚ, ਪੱਖੋ ਨਾਮ ਗ੍ਰਾਮ ਏਕ, ਨੇਕ ਹੈ ਰੰਧਾਵਨ ਕੋ। ਪੱਖੋ ਪਿੰਡ, ਪੱਖੋ ਕੇ ਗ੍ਰਾਮ, ਜਿੱਥੇ ਨੇਕ ਰੰਧਾਵਿਆਂ ਦਾ ਪਿੰਡ ਹੈ। ਤਹਾਂ ਮੂਲ ਚੰਦ ਨਾਮ ਖੱਤਰੀ ਮਹਾਨਿਓ, ਉਥੇ ਮੂਲ ਚੰਦ ਨਾਮ ਦਾ ਮਹਾਨ ਖੱਤਰੀ ਰਹਿੰਦਾ ਹੈ। ਹੋਤੀ ਏਕ ਤਿਸ ਕੀ ਕੁਮਾਰੀ ਵਰ ਲਖਣੀ। ਵਰ ਲਖਣੀ, ਵਰ ਦਾ ਭਾਵ ਹੈ ਸ੍ਰੇਸ਼ਟ, ਤੇ ਸ੍ਰੇਸ਼ਟ ਦੇ ਜਿੱਥੇ ਲਿਖਿਆ 100 ਤੇ ਨਾਮ ਕੀ ਬਣ ਗਿਆ ਸੁਲੱਖਣੀ। ਸੁਲੱਖਣੀ ਵਰ ਲਖਣੀ ਦੋਨੇ ਇੱਕੋ ਅਰਥ ਬਣਦੇ ਆ ਕਿ ਉਹਦੇ ਘਰ ਇੱਕ ਚੰਗੇ ਲੱਖਣਾਂ ਵਾਲੀ ਜਿਹੜੀ ਹੈ, ਵਰ ਲਖਣੀ ਭਾਵ ਸ੍ਰੇਸ਼ਟ ਲੱਖਣਾਂ ਵਾਲੀ ਲੜਕੀ ਹੈ। ਸੁਲੱਖਣੀ ਥੋ ਨਾਮ ਜਾਹੇ, ਨੀਕ ਕਰ ਮਾਨਿਓ, ਜਿਹਦਾ ਨਾਮ ਹੈ ਸੁਲੱਖਣੀ, ਜੋ ਕਿ ਭਾਈ ਚੰਗਾ ਕਰਕੇ ਮੰਨਿਆ ਜਾਂਦਾ ਹੈ। ਤਾਹੇ ਸੰਗ ਗੁਰੂ ਕਾ ਸੋ ਭਇਓ ਹੈ ਵਿਵਾਹੇ ਤਬ। ਉਸ ਮਾਤਾ ਸੁਲੱਖਣੀ ਦੇ ਨਾਲ ਗੁਰੂ ਨਾਨਕ ਦੇ ਮਹਾਰਾਜ ਦਾ ਫਿਰ ਵਿਵਾਹ ਹੋਇਆ। 1540 4 ਸਨ ਪਰਮਾਨਿਓ। ਇੱਥੇ ਦੇਖੋ ਇੱਕ ਲਿਖਤ ਦੇ ਵਿੱਚ 45 ਲਿਖਿਆ ਹੈ ਤੇ ਇੱਥੇ 44 ਕਿਹਾ ਇਸ ਲਿਖਤ। 1540 4 ਸਨ, 40 ਤੋਂ ਉੱਤੇ 4 ਸਨ ਪ੍ਰਮਾਣ ਮੰਨੇ ਹਨ, ਭਾਵ ਬਿਕਰਮੀ ਸੰਮਤ ਹੈ। ਧਾਮ ਅਬਿਰਹਾਮ ਰਚ ਪੁਰ ਸੁਲਤਾਨ ਮਦ। ਸੁਲਤਾਨਪੁਰ ਲੋਧੀ ਵਿੱਚ ਸੋਹਣਾ ਸੁੰਦਰ ਘਰ ਬਣਾਇਆ। ਦੰਪਤ ਸੁਸੰਪਤ ਅਕੰਪਤ ਬਸਾਇਓ ਹੈ। ਦੰਪਤੀ ਇਸਤਰੀ ਪਤੀ ਮਾਤਾ ਸੁਲੱਖਣੀ ਗੁਰੂ ਨਾਨਕ ਦੇ ਮਹਾਰਾਜ ਚੰਗੀ ਸਮੱਗਰੀ ਸਹਿਤ ਬਿਨਾਂ ਕਿਸੇ ਭੈ ਤੋਂ, ਅਕੰਪਤ ਕਹੀਏ ਕੰਬਣ ਤੋਂ ਬਿਨਾਂ, ਭੈ ਤੋਂ ਬਿਨਾਂ ਖੁਸ਼ੀ ਨਾਲ ਬਸਣ ਲੱਗ ਪਏ। ਸਾਲ 1551 ਵਿੱਚ ਸ੍ਰੀ ਚੰਦ। ਫਿਰ ਸਾਲ 1551 ਬਿਕਰਮੀ ਸੰਮਤ ਵਿੱਚ ਬਾਬਾ ਸ੍ਰੀ ਚੰਦ ਜੀ ਸੁਤ ਗੁਰ ਧਾਮ ਗੁਣ ਧਾਮ ਬਿਦ ਤਾਇਓ ਹੈ। ਇਹ ਪੁੱਤਰ ਗੁਰੂ ਘਰ ਦੇ ਵਿੱਚ ਗੁਣ ਧਾਮ, ਗੁਣਾਂ ਦਾ ਧਾਮ, ਗੁਣਾਂ ਦਾ ਹੀ ਘਰ ਪ੍ਰਗਟ ਹੋਇਆ। ਉਹ ਬਹਿ ਸਾਲ ਪਾਛੇ ਫਿਰ ਲਖਮੀ ਸੋ ਚੰਦ ਆਛੇ। ਉਬਹਿ ਨਾਮ ਹੈ 2 ਦਾ। 2 ਸਾਲਾਂ ਬਾਅਦ ਫਿਰ ਭਾਈ ਬਾਬਾ ਲਖਮੀ ਚੰਦ ਜੀ ਪ੍ਰਗਟ ਹੋਏ। ਆਨੰਦ ਕੋ ਕੰਦ ਦੁਤੀ ਚੰਦ ਪ੍ਰਗਟਾਇਓ ਹੈ। ਆਨੰਦ ਦਾ ਬੱਦਲ, ਆਨੰਦ ਦਾ ਮੂਲ ਦੂਸਰੇ ਪੁੱਤਰ ਲਖਮੀ ਚੰਦ ਪ੍ਰਗਟ ਹੋਏ। ਘਰ ਮੈਂ ਨਿਵਾਸ ਕਰ ਬਿਬਿਧ ਬਿਲਾਸ ਕਰ। ਘਰ ਦੇ ਵਿੱਚ ਵਸ ਕੇ ਅਨੇਕਾਂ ਤਰ੍ਹਾਂ ਦੀਆਂ ਖੁਸ਼ੀਆਂ ਔਰ ਬਿਲਾਸ ਕਰਦੇ। ਭੋਗ ਜਗ ਰਾਸ ਤੈ ਉਦਾਸ ਹੋਣ ਭਾਇਓ ਹੈ। ਇਉਂ ਭਾਈ ਜਗਤ ਦੇ ਸਾਰੇ ਰੋਗਾਂ ਤੋਂ, ਭੋਗ ਜਗ ਰਾਸ ਤੈ ਉਦਾਸ ਹੋਣ ਭਾਇਓ, ਜਗਤ ਦੇ ਰੋਗਾਂ ਤੋਂ ਉਦਾਸ, ਰੋਗਾਂ ਤੋਂ ਰਹਿਤ ਹੋ ਕਰਕੇ ਖੁਸ਼ੀਆਂ ਮਾਣਦੇ ਨੇ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਇਸ ਘਰ ਦੇ ਵਿੱਚ ਗੁਰੂ ਮਹਾਰਾਜ ਜੀ ਪ੍ਰਗਟ ਹੋਏ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਆਓ ਅੱਗੇ ਇਤਿਹਾਸ ਜਿਹੜਾ ਆਪਾਂ ਹੁਣ ਕੱਲ ਵਿਚਾਰਾਂਗੇ। ਟਾਈਮ ਹੋ ਗਿਆ ਹੈ ਸਮਾਪਤੀ ਦਾ। ਇਹ ਸੰਖੇਪ ਇਤਿਹਾਸ ਹੈ, ਇਹ ਜਾਣ ਲੈਣਾ ਇਹ, ਕਿਉਂਕਿ ਫਿਰ ਅੱਗੇ ਪੰਥ ਖਾਲਸੇ ਦਾ ਇਤਿਹਾਸ ਜਿਹੜਾ ਹੈ ਉਹ ਸ਼ੁਰੂ ਕਰਨਾ, ਤਾਂ ਕਰਕੇ ਗਿਆਨੀ ਗਿਆਨ ਸਿੰਘ ਜੀ ਸੰਖੇਪ ਹੀ ਰੱਖ ਰਹੇ ਹਨ। ਬਹੁਤ ਬਹੁਤ ਧੰਨਵਾਦ ਸਤਿਗੁਰਾਂ ਦਾ। ਭੁੱਲ ਚੁੱਕ ਦੀ ਖਿਮਾ ਸਰਬੱਤ ਮਾਈ ਭਾਈ। ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ।
वाहिगुरु जी का खालसा वाहिगुरु जी की फतेह।